ਅੱਜ ਸਾਡੇ ਨਾਲ ਮਨੋਵਿਗਿਆਨੀ ਕਾਉਂਸਲਰ ਪਲਵਿੰਦਰ ਕੌਰ ਜੀ ਗੱਲਬਾਤ ਕਰਨਗੇ। ਅੱਜ ਦੀ ਗੱਲ ਬਹੁਤ ਦਿਲਚਸਪ ਹੋਏਗੀ ਔਰ ਇਸ ਦੇ ਵਿੱਚ ਜਿਹੜੀ ਕੋਵਿਡ-19 ਦੀ ਫਟੀਗ ਹੋ ਗਈ ਹੈ, ਇੱਕ ਕਿਸਮ ਦੀ ਥਕਾਵਟ, ਅੱਕ ਗਏ ਆ ਲੋਕ, ਅੰਦਰ ਬੈਠੇ ਬੈਠੇ ਦਮ ਘੁੱਟਣ ਕਈ ਮਹਿਸੂਸ ਕਰਦੇ ਆ। ਫਿਰ ਉਹ ਨਿਕਲਦੇ ਆ, ਕੋਟ ਪਾਉਂਦੇ, ਦਸਤਾਨੇ ਪਾਉਂਦੇ, ਵਾਕ ਕਰਕੇ ਆਉਂਦੇ, ਫਿਰ ਆਉਂਦੇ ਆ ਔਰ ਫਿਰ ਘੰਟੇ ਬਾਅਦ ਉਹਨਾਂ ਨੂੰ ਲੱਗਦਾ ਕਿ ਕੁਛ ਕਰਨਾ ਚਾਹੀਦਾ। ਜਿਨ੍ਹਾਂ ਦੀ ਜ਼ਿੰਦਗੀ ਫਾਸਟ ਲੇਨ ਦੇ ਵਿੱਚ ਚੱਲ ਰਹੀ ਸੀ ਪਲਵਿੰਦਰ ਜੀ, ਉਹਨਾਂ ਲੋਕਾਂ ਲਈ ਬੜਾ ਮੁਸ਼ਕਿਲ ਹੋ ਗਿਆ ਕਿ ਉਹ ਘਰਾਂ ਦੇ ਅੰਦਰ ਬੈਠੇ ਰਹਿਣ। ਸੋ ਇਸ ਸਿਲਸਿਲੇ ਦੇ ਵਿੱਚ ਅੱਜ ਜਿਹੜੀ ਗੱਲਬਾਤ ਹੋਏਗੀ ਉਹ ਬੜੀ ਦਿਲਚਸਪ ਹੋ ਸਕਦੀ ਹੈ। ਅੱਜ ਸਾਡੇ ਨਾਲ ਪਲਵਿੰਦਰ ਕੌਰ ਜੀ ਇਸ ਕੋਵਿਡ-19 ਦੀ ਫਟੀਗ ਬਾਰੇ ਗੱਲਬਾਤ ਕਰਨਗੇ। ਪਲਵਿੰਦਰ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ। ਸੋ ਇਹ ਫਟੀਗ ਬਾਰੇ ਦੱਸੋ ਵੀ ਲੋਕਾਂ ਦਾ ਜਿਹੜਾ ਬਿਹੇਵੀਅਰ ਹੈ, ਆਈਸੋਲੇਸ਼ਨ, ਇਕਾਂਤ ਦੇ ਵਿੱਚ ਰਹਿਣਾ, ਘਰਾਂ 'ਚ ਬੈਠੇ ਰਹਿੰਦੇ ਲੋਕ, ਉਹ ਲੋਕ ਜਿਹੜੇ ਘਰੇ ਬਸ ਸੌਣ ਜਾਂਦੇ ਸੀ ਔਰ ਖਾਣਾ ਇੱਕਦਮ ਨਿਕਲ ਜਾਣਾ, ਹਨੇਰੀ ਵਾਂਗੂ ਆਉਣਾ, ਤੂਫਾਨ ਵਾਂਗੂ ਚਲੇ ਜਾਣਾ, ਉਹ ਹੁਣ ਘਰਾਂ 'ਚ ਬੈਠੇ ਰਹਿੰਦੇ ਆ। ਉਹਨਾਂ ਦੀ ਫਰਸਟ੍ਰੇਸ਼ਨ, ਫਟੀਗ ਵੱਧ ਰਹੀ। ਹਾਂਜੀ ਮਿਸਟਰ ਤਿੰਨ, ਜਿਵੇਂ ਤੁਸੀਂ ਕਿਹਾਗਾ ਕਿ ਜਿਵੇਂ ਆਲਮੋਸਟ ਬਰਨ ਆਊਟ, ਜਿਵੇਂ ਪੰਜਾਬੀ 'ਚ ਥੱਕ ਗਏ ਆ, ਬਸ ਥੱਕ ਗਏ, ਪ੍ਰੋਟੋਕਾਲ ਫੋਲੋ ਕਰਕੇ ਥੱਕ ਗਏ ਆ, ਇਕੱਲੇ ਰਹਿ ਕੇ ਵੀ। ਸੋ ਜਿਹੜਾ ਇੱਕ ਰਿਸਰਚ ਹੈ, ਇਹਨੂੰ ਇੱਕ ਬਰਨ ਆਊਟ ਨੂੰ ਤਿੰਨ ਚੀਜ਼ਾਂ ਨਾਲ ਡਿਫਾਈਨ ਕਰਦਾ। ਇੱਕ ਤਾਂ ਲੋਕਾਂ ਦੇ ਵਿੱਚ ਹਮਦਰਦੀ ਆਪਦੇ ਲਈ ਤੇ ਦੂਸਰਿਆਂ ਪ੍ਰਤੀ ਚੰਗਿਆਈ ਘਟ ਜਾਂਦੀ ਹੈ ਜਦੋਂ ਬਰਨ ਆਊਟ ਪੀਰੀਅਡ ਦੇ ਵਿੱਚ ਹੁੰਦੇ ਆ, ਤਾਂ ਸਾਡੇ ਤੋਂ ਹਮਦਰਦੀ ਨਹੀਂ ਹੁੰਦੀ। ਇੱਕ ਸਾਡੇ ਲਾਸ ਆਫ ਅਕੰਪਲਿਸ਼ਮੈਂਟ ਸਾਡੀ ਘਟ ਜਾਂਦੀ, ਸਾਨੂੰ ਏਦਾਂ ਲੱਗਦਾ ਕਿ ਅਸੀਂ ਕਿੰਨਾ ਵੀ ਕਰੀਏ ਤੇ ਫਰਕ ਹੀ ਨਹੀਂ ਕੁਛ ਪੈ ਰਿਹਾ। ਜਿਵੇਂ ਹੁਣ ਕਈ ਵਾਰ ਅਸੀਂ ਕੇਸਿਸ ਵੀ ਵੇਖਦੇ ਆ ਵੱਧਦੇ ਆ, ਤੇ ਸਾਡਾ ਬਰਨ ਆਊਟ ਪੀਰੀਅਡ ਦੇ ਵਿੱਚ ਕੋਈ ਵੀ ਚੀਜ਼ ਹੁੰਦੀ ਹੈ ਕਿ ਤੁਸੀਂ ਲਾਸ ਆਫ ਅਕੰਪਲਿਸ਼ਮੈਂਟ, ਮੈਂ ਪ੍ਰੋਟੋਕਾਲ ਫੋਲੋ ਵੀ ਕਰਕੇ ਦੇਖ ਲਿਆ ਪਰ ਫਿਰ ਵੀ ਕੋਈ ਫਰਕ ਨਹੀਂ ਪੈ ਰਿਹਾ ਹੈਗਾ, ਫਿਰ ਵੀ ਕੇਸਿਸ ਦੇ ਬਹੁਤ ਜ਼ਿਆਦਾ ਹੁੰਦੇ। ਇੱਕ ਹੁੰਦੀ ਆ ਇਮੋਸ਼ਨਲ ਐਗਜ਼ੌਸਟ ਹੋਣਾ। ਮਿਸਟਰ ਤਿੰਨ, ਅਸੀਂ ਜਿਹੜੀ ਬਰਨ ਆਊਟ ਮਹਿਸੂਸ ਕਰਦੇ ਆ ਨਾ, ਅਸੀਂ ਬਿਕਾਜ਼ ਅਸੀਂ ਇਮੋਸ਼ਨਲੀ ਸਟਕ ਆ, ਅਸੀਂ ਇੱਕ ਭਾਵਨਾਵਾਂ ਤੇ ਸਟਕ ਆ। ਐਂਡ ਜਦੋਂ ਅਸੀਂ ਇਮੋਸ਼ਨਲ ਐਗਜ਼ੌਸਟ ਦਾ ਮਤਲਬ ਇਹ ਹੈ ਕਿ ਇੱਕ ਭਾਵਨਾਵਾਂ ਤੇ ਤੁਸੀਂ ਬਹੁਤ ਲੰਮੇ ਸਮੇਂ ਤੱਕ ਸਟਕ ਰਹੋ, ਉਹ ਤੁਹਾਨੂੰ ਥਕਾ ਦਿੰਦੀ ਆ। ਸੋ ਅਸੀਂ ਇੱਕ ਜਨਰੇਸ਼ਨ ਆ ਜਿਹੜੀਆਂ ਅਸੀਂ ਭਾਵਨਾਵਾਂ ਤੋਂ ਦੂਰ ਭੱਜਦੇ ਹਾਂ, ਭਾਵਨਾਵਾਂ ਸਾਨੂੰ ਪ੍ਰੋਸੈਸ ਨਹੀਂ ਕਰਨੀਆਂ ਆ ਰਹੀਆਂ। ਸੋ ਕਿਸੇ ਵੀ ਇਨਸਾਨ ਨੂੰ ਤੁਸੀਂ 8 ਮਹੀਨੇ ਦੇ ਵਿੱਚ ਡਰ ਦੇ ਵਿੱਚ ਪਾ ਦੋਗੇ ਤੇ ਉਹ ਥੱਕੂਗਾ ਹੀ, ਰਾਈਟ? ਕਿਉਂਕਿ ਉਹ ਡਰ ਨੇ ਜਿਹੜਾ ਸਾਈਕਲ ਕੰਪਲੀਟ ਕਰਨਾ ਸੀ, ਉਹ ਆਪਾਂ ਅੱਗੇ ਜਾ ਕੇ ਟਿਪਸ ਤੇ ਗੱਲ ਵੀ ਕਰਾਂਗੇ ਕਿ ਆਪਾਂ ਆਪਦਾ ਸਟ੍ਰੈਸ ਸਾਈਕਲ ਕਿਵੇਂ ਕੰਪਲੀਟ ਕਰ ਸਕਦੇ ਹਾਂ। ਸਾਡਾ ਬੇਸਿਕਲੀ ਬਰਨ ਆਊਟ ਇਸ ਕਰਕੇ ਹੋ ਰਿਹਾ ਕਿਉਂਕਿ ਜਿਹੜੀ ਸਾਡਾ ਸਟ੍ਰੈਸ ਰਿਸਪੌਂਸ ਸਾਡੀ ਬੋਡੀ ਦੇ ਵਿੱਚ ਟ੍ਰਿਗਰ ਤਾਂ ਹੋ ਰਿਹਾ ਪਰ ਉਹ ਖਤਮ ਨਹੀਂ ਹੋ ਰਿਹਾ, ਉਹ ਐਂਡ ਨਹੀਂ ਹੋ ਰਿਹਾ ਵਾ। ਐਂਡ ਇਸ ਕਰਕੇ ਸਾਨੂੰ ਥਕਾਵਟ, ਜਿਹੜੀ ਇਮੋਸ਼ਨਲ ਥਕਾਵਟ ਆ, ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ। ਅੱਛਾ, ਇਮੋਸ਼ਨਲ ਥਕਾਵਟ ਦੇ ਨਾਲ ਪਲਵਿੰਦਰ ਜੀ ਹੁਣ ਹੋ ਕੀ ਰਿਹਾ, ਕਈ ਘਰਾਂ ਦੇ ਵਿੱਚ ਜਿੱਥੇ ਲੋਕ ਇਕੱਠੇ ਬੈਠੇ ਰਹਿੰਦੇ ਆ, ਵਿਹਲੇ ਆ, ਟੀਵੀ ਦੇਖ ਕੇ ਵੀ ਅੱਕ ਗਏ ਆ, ਨੈਟਫਲਿਕਸ ਤੇ ਵੀ ਕੋਈ ਡੀ ਗੱਲ ਨਹੀਂ ਆ ਰਹੀ, ਉਹ ਆਪਸ ਵਿੱਚ ਹੀ ਲੜਨ ਲੱਗ ਪਏ। ਮਾੜੀ ਗੱਲ ਤੇ ਖੁੰਦਕਬਾਜ਼ੀ, ਮਾੜੀ ਗੱਲ, ਇੱਕ ਦੂਜੇ ਦੀਆਂ ਗੱਲਾਂ ਟੋਕਣ ਲੱਗ ਪਏ ਆ। ਉਹਦੇ ਨਾਲ ਹੋਰ ਟੈਨਸ਼ਨ ਕ੍ਰੀਏਟ ਹੋ ਰਹੀ ਆ। ਇਹ ਫਟੀਗ ਘਟਣ ਦੀ ਬਜਾਏ ਵੱਧ ਰਹੀ ਆ। ਉਹਨਾਂ ਨੂੰ ਤੁਹਾਡੀ ਕੀ ਐਡਵਾਈਸ ਹੈ? ਦੇਖੋ ਮਿਸਟਰ ਤਿੰਡ, ਇਸ ਪੈਂਡੈਮਿਕ ਤੋਂ ਪਹਿਲਾਂ ਵੀ ਸਾਡੇ ਰਿਸ਼ਤੇ ਕਾਫੀ ਲੈਵਲ ਤੇ ਸਫਰ ਕਰ ਰਹੇ ਸੀ। ਫਰਕ ਇੰਨਾ ਹੋਇਆ ਕਿ ਜੇ ਫੋਰ ਐਗਜ਼ਾਮਪਲ ਅਕਸਰ ਮੇਰੇ ਕੋਲ ਬਹੁਤ ਜ਼ਿਆਦਾ ਕਲਾਇੰਟ ਹੁੰਦੇ, ਕਪਲਸ ਬਹੁਤ ਜ਼ਿਆਦਾ ਹੁੰਦੇ ਆ ਅੱਜ ਕੱਲ੍ਹ, ਐਂਡ ਉਹ ਕਹਿੰਦੇ ਪਹਿਲਾਂ ਅਸੀਂ 1-2 ਘੰਟੇ ਸਪੈਂਡ ਕਰਦੇ ਸੀ ਦਿਨ ਦੇ ਵਿੱਚ ਤੇ 2 ਲੜਾਈਆਂ ਹੋ ਜਾਂਦੀਆਂ ਸੀ ਤੇ ਠੀਕ ਸੀ। ਹੁਣ ਜਦੋਂ ਤੁਸੀਂ 10 ਘੰਟੇ ਸਪੈਂਡ ਕਰਦੇ ਤੇ ਫਿਰ 10 ਲੜਾਈਆਂ, ਇਹ 10 ਲੜਾਈਆਂ ਨੂੰ ਹੈਂਡਲ ਕਰਨਾ ਕਿਤੇ ਜ਼ਿਆਦਾ ਔਖਾ। 2 ਲੜਾਈਆਂ ਨੂੰ ਤਾਂ ਜ਼ਿੰਦਗੀ 'ਚ ਚਲੋ ਬੰਦਾ ਨੋਰਮਲ ਲੈਵਲ ਤੇ ਥੋੜਾ ਦੱਬੀ ਆਉਂਦਾ ਸੀ, ਪਰ ਜਦੋਂ 10 ਹੁੰਦੀਆਂ ਤੇ ਫਿਰ ਬਹੁਤ ਜ਼ਿਆਦਾ ਬਵਾਲ ਹੋ ਜਾਂਦਾ। ਸੋ ਇਹਦਾ ਇੱਕ ਇਹ ਵੀ ਰੀਜ਼ਨ ਹੈ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜੇ ਪਹਿਲੀਆਂ ਤੋਂ ਲੜਾਈਆਂ ਚੱਲਦੀਆਂ ਹੁੰਦੀਆਂ ਉਹ ਵਧੀਆ ਜ਼ਿਆਦਾ ਉਹਨਾਂ ਦੀ ਮਾਤਰਾ ਜ਼ਿਆਦਾ ਵਧੀਆ, ਕਿਉਂਕਿ ਅਸੀਂ ਲੋਕਾਂ ਨਾਲ ਰਹਿ ਵੀ ਜ਼ਿਆਦਾ ਰਹੇ ਹਾਂ। ਅਸੀਂ ਵਕਤ ਜ਼ਿਆਦਾ ਸਪੈਂਡ, ਚਾਹੇ ਬੱਚਿਆਂ ਨਾਲ ਵੀ ਅਸੀਂ ਜ਼ਿਆਦਾ ਵਕਤ ਸਪੈਂਡ। ਜੇ ਇੱਕ ਬੱਚੇ ਨੂੰ ਅਸੀਂ ਇੱਕ ਵਾਰੀ ਝਿੜਕਦੇ ਸੀ, ਹੁਣ ਆਪਾਂ 5 ਵਾਰੀ ਝਿੜਕਦੇ ਹਾਂ ਕਿਉਂਕਿ 5 ਵਾਰੀ ਤੰਗ ਕਰ ਰਿਹਾ। ਪਹਿਲਾਂ ਤਾਂ 1 ਵਾਰੀ ਤੰਗ ਕਰਦਾ ਸੀ, 3-4 ਘੰਟੇ ਸਕੂਲ ਤੋਂ ਆਉਂਦਾ ਸੀ, ਬਾਅਦ 'ਚ ਉਹਦਾ ਹੋਮਵਰਕ ਜਾਂ ਉਹਦੀ ਗੇਮ ਹੁੰਦੀ ਸੀ, 3 ਘੰਟੇ ਦਾ ਉਹਦਾ ਇੰਟਰੈਕਸ਼ਨ ਤੁਹਾਡੇ ਨਾਲ ਹੁੰਦਾ ਸੀ, 2-3 ਝਿੜਕਾਂ ਉਹਨੂੰ ਮਿਲ ਜਾਂਦੀਆਂ ਸੀ। ਤੇ ਹੁਣ ਜਦੋਂ ਜੇ ਜਾ ਹੀ ਨਹੀਂ ਰਿਹਾ ਕਿਤੇ, ਦੈਨ ਕੌਨਸਟੈਂਟਲੀ ਤੁਹਾਨੂੰ ਟ੍ਰਿਗਰ ਹੋ ਰਿਹਾ, ਤੁਸੀਂ ਕੌਨਸਟੈਂਟਲੀ ਉਹਦੇ ਨਾਲ ਲੜ ਰਹੇ ਹੋ। ਤੋ ਜੀ ਹਾਂ, ਸਾਡਾ ਵਕਤ ਅਸੀਂ ਜ਼ਿਆਦਾ ਸਪੈਂਡ ਕਰਨ ਲੱਗੇ। ਐਂਡ ਆਈ ਥਿੰਕ ਪਤਾ ਕਿ ਕੋਵਿਡ ਨੇ ਮਿਸਟਰ ਥਿੰਡ ਸਾਨੂੰ ਬਹੁਤ ਜ਼ਿਆਦਾ ਚੀਜ਼ਾਂ ਸਿਖਾਈਆਂ ਵੀ ਕਿਹੜੇ ਲੋਕਾਂ ਨਾਲ ਅਸੀਂ ਵਿਆਹ ਕੀਤਾ ਹੋਇਆ।
ਕਿਹੜੇ ਸਾਡੇ ਬੱਚੇ ਨੇ, ਬਿਕਾਜ਼ ਇਹ ਜਦੋਂ ਤੁਹਾਡੇ ਕੋਲ ਟਾਈਮ ਥੋੜਾ ਹੁੰਦਾ ਤੇ ਤੁਹਾਨੂੰ ਜਾਣਨ ਦਾ ਵੀ ਘੱਟ ਮੌਕਾ ਮਿਲਦਾ ਵਾ ਰੋਜ਼ਨਾਤੇ ਦੀ ਜ਼ਿੰਦਗੀ। ਸੋ ਕਈ ਚੀਜ਼ਾਂ ਸਾਹਮਣੇ ਵੀ ਲਿਆਂਦੀਆਂ ਇਸ ਕੋਵਿਡ ਨੇ। ਮੈਂ ਅਕਸਰ ਆਪਦੇ ਕਲਾਇੰਟਾਂ ਨੂੰ ਦੱਸਦੀ ਨਹੀਂ ਕਿ ਕੋਵਿਡ ਰਿਸ਼ਤੇ ਵਧੀਆ ਵੀ ਬਣਾ ਰਿਹਾ, ਕਿਉਂਕਿ ਕਾਫੀ ਤੁਹਾਨੂੰ ਪਤਾ ਲੱਗ ਰਿਹਾ ਕਿ ਮੇਰੇ ਰਿਸ਼ਤੇ ਨੂੰ ਮਦਦ ਦੀ ਲੋੜ ਹੈ। ਅੱਛਾ, ਤੁਸੀਂ ਤਾਂ ਜੇਲ੍ਹ ਦੇ ਵਿੱਚ ਕਾਉਂਸਲਰ ਵੀ ਕਰਦੇ ਹੋ ਕੈਦੀਆਂ ਦੀ। ਮੈਂ ਦੇਖਿਆ ਕਈ ਮੈਂ ਫਿਲਮਾਂ ਵੀ ਵੇਖੀਆਂ ਨੇ ਜਿਹਦੇ ਵਿੱਚ ਆਮ ਤੌਰ ਤੇ ਕੈਦੀ ਜਿਹੜੇ ਆ ਉਹ ਇਕੱਠੇ ਬੰਦ ਕੀਤੇ ਹੁੰਦੇ ਆ ਬੈਰਕਸ ਦੇ ਵਿੱਚ, ਪਰ ਕਦੇ ਕਿਸੇ ਕੈਦੀ ਨੂੰ ਫਿਰ ਉਹ ਕੀ ਕਰਦੇ ਆ, ਜਦੋਂ ਉਹ ਸੂਤ ਨਹੀਂ ਆਉਂਦਾ, ਕਿਸੇ ਨੂੰ ਕਿਸੇ ਤਰੀਕੇ ਨਾਲ ਭੱਜਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਉਹਨੂੰ ਫਿਰ ਉਹ ਸੋਲਿਟਰੀ ਕਨਫਾਈਨਮੈਂਟ 'ਚ ਰੱਖ ਦਿੰਦੇ, ਉਹਨੂੰ ਇਕੱਲੇ ਨੂੰ ਬੰਦ ਕਰ ਦਿੰਦੇ ਆ ਕਮਰੇ 'ਚ। ਔਰ ਉਹ ਵੀ ਇੱਕ ਵੱਖਰੀ ਸਜ਼ਾ, ਇਕੱਲੇ ਨੂੰ ਬੰਦ ਕਰ ਦੇਣਾ। ਹੁਣ ਜਿਹੜਾ ਇਕਾਂਤਵਾਸ ਆ, ਜਿਹੜੀ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ ਇਕਾਂਤਵਾਸ ਦੀ, ਇਹ ਇਕਾਂਤਵਾਸ ਵੀ ਤਾਂ ਸੋਲਿਟਰੀ ਕਨਫਾਈਨਮੈਂਟ ਵਰਗੀ ਇੱਕ ਸਜ਼ਾ ਹੀ ਆ। ਇਹਦੇ ਨਾਲ ਕਿਵੇਂ ਡੀਲ ਕੀਤਾ ਜਾਏ? ਹਾਂਜੀ, ਐਗਜ਼ੈਕਟਲੀ ਜਿਵੇਂ ਤੁਸੀਂ ਕਿਹਾ ਕਿ ਉਹ ਦੇਖੋ, ਇਕੱਲਾਪਣ ਆਪਾਂ ਸਜ਼ਾ ਮੰਨਦੇ, ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਆਪਾਂ ਪਨਿਸ਼ਮੈਂਟ ਮੰਨਦੇ। ਬੱਚੇ ਨੂੰ ਵੀ ਜਦੋਂ ਅਸੀਂ ਸਜ਼ਾ ਦੇਣੀ ਹੋਵੇ ਅਸੀਂ ਕਹਿੰਦੇ ਉਹਨੂੰ ਇਕੱਲਾ ਕਰ ਦਿਓ, ਇਹਨੂੰ ਕੋਈ ਨਾ ਬੁਲਾਵੋ। ਰਿਸ਼ਤੇਦਾਰ ਨੂੰ ਵੀ ਕਈ ਵਾਰ ਅਸੀਂ ਸਜ਼ਾ ਦੇਣੀ ਹੋਵੇ ਅਸੀਂ ਕਹਿੰਦੇ ਸਾਰੇ ਨਾਲ ਟੁੱਟ ਜੇ, ਇਹਨੂੰ ਕੋਈ ਨਾ ਬੁਲਾਵੋ, ਇਹਨੂੰ ਫੇਰ ਪਤਾ ਲੱਗੂਗਾ, ਕਿਉਂਕਿ ਇਕੱਲਾਪਣ ਨੂੰ ਅਸੀਂ ਪਨਿਸ਼ਮੈਂਟ ਕਰਦੇ। ਸੋ ਸਾਨੂੰ ਇੱਥੇ ਦੇਖਣਾ ਪੈਣਾ ਮਿਸਟਰ ਤਿੰਨ, ਥੋੜਾ ਮੈਂ ਇੱਕ ਐਗਜ਼ਾਮਪਲ ਦੇ ਕੇ ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਫੋਰ ਐਗਜ਼ਾਮਪਲ ਜਿਹੜੀਆਂ ਸਾਡੀ ਬੋਡੀ ਬਣੀ ਵੀ ਆ, ਇੱਕ ਸਟ੍ਰੈਸ ਰਿਸਪੌਂਸ, ਸਾਡੀ ਬੋਡੀ ਜਦੋਂ ਇੱਕ ਖਤਰਾ ਦੇਖਦਾ ਸਾਡੀ ਬੋਡੀ ਦੇ ਅੰਦਰ ਕੈਮੀਕਲ ਰਿਲੀਜ਼ ਹੁੰਦੇ ਆ, ਸਾਡੀ ਬੋਡੀ ਨੂੰ ਜੋ ਤਿਆਰ ਕਰਦਾ ਖਤਰੇ ਨਾਲ ਫਾਈਟ ਕਰਨ ਵਾਸਤੇ। ਸੋ ਫੋਰ ਐਗਜ਼ਾਮਪਲ ਤੁਹਾਡੇ ਪਿੱਛੇ ਸ਼ੇਰ ਭੱਜ ਗਿਆ, ਤੁਹਾਡੀ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਪਿੱਛੇ ਸ਼ੇਰ ਆ? ਤੁਸੀਂ ਭੱਜੋਗੇ, ਕਿਉਂਕਿ ਤੁਹਾਡੀ ਬੋਡੀ ਨੇ ਬਹੁਤ ਜ਼ਿਆਦਾ ਸਪਰੇ ਕੈਮੀਕਲਸ, ਸਟ੍ਰੈਸ ਕੈਮੀਕਲਸ ਦੀ ਤੁਹਾਡੇ ਸਰੀਰ ਦੇ ਅੰਦਰ ਕਰਤੀ, ਐਂਡ ਉਹ ਸਟ੍ਰੈਸ ਕੈਮੀਕਲਸ ਨੇ ਤੁਹਾਨੂੰ ਐਨਰਜੀ ਦਿੱਤੀ ਤੇ ਤੁਸੀਂ ਭੱਜਦੇ ਹੋ। ਤੇ ਫਿਰ ਜਦੋਂ ਤੁਸੀਂ ਸ਼ੇਰ ਤੋਂ ਭੱਜਦੇ ਹੋ ਤੇ ਕਾਫੀ ਚਿਰ ਭੱਜੀ ਜਾਂਦੇ ਹੋ ਤੇ ਕਿਸੇ ਦਾ ਘਰ ਆ ਜਾਂਦਾ ਤੇ ਜਲਦੀ ਤੁਹਾਨੂੰ ਆਪਦੇ ਘਰ ਦੇ ਅੰਦਰ ਦੇ ਦਿੰਦਾ ਤੇ ਡੋਰ ਲਾ ਦਿੰਦਾ, ਠੀਕ ਹੈ। ਐਂਡ ਉਦੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ? ਉਦੋਂ ਬਾਅਦ ਥੋੜਾ ਤੁਸੀਂ ਰਿਲੈਕਸ ਮਹਿਸੂਸ ਕਰਦੇ ਹੋ, ਤੁਸੀਂ ਉਹਨੂੰ ਹਾਈ ਫਾਈ ਦਿੰਦੇ ਹੋ, ਜਿਵੇਂ ਕੋਈ ਜਿੱਤ ਲਿਆ ਹੋਵੇ, ਤੁਸੀਂ ਆਪਦੇ ਚੰਗਾ ਮਹਿਸੂਸ ਕਰਦੇ ਹੋ। ਐਂਡ ਇਹਦਾ ਸਿਰਫ ਇਸੇ ਕਰਕੇ ਨਹੀਂ ਤੁਸੀਂ ਚੰਗਾ ਮਹਿਸੂਸ ਕਰਦੇ ਵੀ ਸ਼ੇਰ ਨਾਲੋਂ ਤੁਹਾਡਾ ਖਹਿੜਾ ਛੁੱਟ ਗਿਆ, ਤੁਹਾਨੂੰ ਚੰਗਾ ਮਹਿਸੂਸ ਕਰਦੇ ਆ ਕਿ ਇੱਕ ਤਾਂ ਤੁਸੀਂ ਜਿਹੜੇ ਸਟ੍ਰੈਸ ਕੈਮੀਕਲ ਤੁਹਾਡੀ ਬੋਡੀ ਦੇ ਵਿੱਚ ਬਿਲਡ ਹੋਏ ਸੀ, ਇੱਕ ਤਾਂ ਭੱਜਣ ਦੇ ਨਾਲ ਖਤਮ ਹੋ ਗਏ, ਦੂਸਰਾ ਤੁਹਾਨੂੰ ਰਿਸ਼ਤਾ ਮਿਲਿਆ, ਦੂਸਰਾ ਜਿਹੜੀ ਤੁਹਾਡੀ ਸੇਫਟੀ ਆ ਦੁਨੀਆ ਤੇ, ਤੁਸੀਂ ਫਿਰ ਦੁਬਾਰਾ ਕਿਸੇ ਦੀ ਆਗਿਆ ਦੇ ਵਿੱਚ ਚੰਗਾ ਮਹਿਸੂਸ ਕੀਤਾ ਵੀ ਕੋਈ ਹੈ ਮੈਨੂੰ ਬਚਾਉਣ ਨਾਲ। ਕੀ ਹੁੰਦਾ, ਤੁਹਾਡਾ ਜਿਹੜਾ ਸਟ੍ਰੈਸ ਰਿਸਪੌਂਸ ਸਾਈਕਲ ਉਹ ਕੰਪਲੀਟ ਹੋ ਜਾਂਦਾ। ਤੁਸੀਂ ਡਰ ਤੋਂ ਸਟਾਰਟ ਕੀਤਾ, ਥੋੜੀ ਮੂਵ ਹੋਏ, ਐਂਡ ਤੁਹਾਡਾ ਰਿਜ਼ਲਟ ਕੀ ਸੀ ਕਿ ਤੁਸੀਂ ਚੰਗਾ ਮਹਿਸੂਸ ਕੀਤਾ, ਤੁਸੀਂ ਗ੍ਰੈਟੀਟਿਊਡ ਮਹਿਸੂਸ ਕੀਤਾ, ਤੁਸੀਂ ਕਨੈਕਟਡ ਫੀਲ ਕੀਤਾ, ਤੁਸੀਂ ਸੇਫ ਮਹਿਸੂਸ ਕੀਤਾ। ਪਰ ਇਸ ਕੋਵਿਡ ਨੇ ਕੀ ਕੀਤਾ, ਜਿਹੜਾ ਕਿ ਕੋਵਿਡ ਸਾਡੇ ਲਈ ਸਟ੍ਰੈਸਰ ਆਇਆ ਕਿ ਅਸੀਂ ਵਿਚਾਲੇ ਹੀ ਖੜੇ ਹਾਂ, ਅਸੀਂ ਡਰੇ ਹੀ ਹਾਂ, ਅਸੀਂ ਇਕੱਲੇ ਹੀ ਹਾਂ ਜੇ ਮਹਿਸੂਸ ਕਰੋ। ਸਟ੍ਰੈਸ ਕੈਮੀਕਲ, ਜਿਹੜਾ ਸਟ੍ਰੈਸ ਸਾਈਕਲ ਉਹ ਪੂਰਾ ਨਹੀਂ ਹੋ ਰਿਹਾ ਗਾ, ਐਂਡ ਕੌਨਸਟੈਂਟਲੀ ਸਾਡੀ ਬੋਡੀ ਦੇ ਵਿੱਚ ਸਟ੍ਰੈਸ ਕੈਮੀਕਲਸ ਪੈਦਾ ਹੋ ਰਹੇ ਨੇ, ਬਹੁਤ ਜ਼ਿਆਦਾ ਬਣ ਰਹੇ, ਸਪਰੇ ਹੋ ਰਹੀ ਆ। ਐਂਡ ਹੁਣ ਇਸ ਲੈਵਲ ਤੇ ਆ ਗਏ ਕਿ ਅਸੀਂ ਐਗਜ਼ੌਸਟ ਹੋ ਚੁੱਕੇ ਹਾਂ, ਕਿਉਂਕਿ ਸਾਡਾ ਜਿਹੜਾ ਸਟ੍ਰੈਸ ਰਿਸਪੌਂਸ ਸਾਈਕਲ ਆ ਉਹ ਕੰਪਲੀਟ ਨਹੀਂ ਹੋ ਰਿਹਾ। ਐਂਡ ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਆਪਾਂ ਉਸ ਸਾਈਕਲ ਨੂੰ ਕਿਵੇਂ ਕੰਪਲੀਟ ਕਰਨਾ। ਐਂਡ ਜਿਹੜੇ ਆਪਾਂ ਟਿਪਸ ਦੇਵਾਂਗੇ, ਮੇ ਬੀ ਜੇ ਆਪਣੇ ਸਾਡੇ ਸੁਣਦੇ ਪਏ ਉਹ ਲਿਖ ਵੀ ਸਕਦੇ ਆ, ਜੇ ਤੁਸੀਂ ਉਹ ਟਿਪਸ ਨੂੰ ਫੋਲੋ ਕਰੋਗੇ, ਬਰਨਆਊਟ ਤੁਹਾਡੇ ਲਈ ਈਜ਼ੀ ਹੋਊਗਾ, ਤੁਸੀਂ ਘੱਟ ਬਰਨਆਊਟ ਮਹਿਸੂਸ ਕਰੋਗੇ। ਸਾਡੀ ਜ਼ਰੂਰਤ ਹੈ ਕਿ ਅਸੀਂ ਜਿਹੜਾ ਸਟ੍ਰੈਸ ਕੈਮੀਕਲ ਆ, ਸਾਡਾ ਸਟ੍ਰੈਸ ਰਿਸਪੌਂਸ ਸਾਡੀ ਬੋਡੀ ਨੇ ਸਟਾਰਟ ਕੀਤਾ, ਉਹ ਖਤਮ ਵੀ ਹੋਵੇਗੀ। ਉਹ ਖਤਮ ਨਹੀਂ ਹੋ ਰਿਹਾ। ਅੱਛਾ, ਹੋਰ ਇੱਕ ਜਿਹੜਾ ਇਹਦਾ ਸਾਈਡ ਇਫੈਕਟ ਸਮਝ ਲਓ, ਇੱਕ ਹੁਣ ਜਿਹੜੀਆਂ ਈਵਨਿੰਗਸ ਨੇ ਉਹ ਬਹੁਤ ਲੰਬੀਆਂ ਹੋ ਗਈਆਂ, ਬਦਕਿਸਮਤੀ ਨਾਲ। ਇਹ ਜਿਹੜਾ ਪੈਂਡੈਮਿਕ ਆ ਹੁਣ ਨਵੰਬਰ ਦੇ ਮਹੀਨੇ 'ਚ 4:30 ਵਜੇ ਸੂਰਜ ਛਿਪ ਜਾਂਦਾ, 9 ਵਜੇ ਤੱਕ ਲੋਕ ਸੌਂਦੇ ਨਹੀਂ। 5 ਘੰਟੇ ਦੀ ਈਵਨਿੰਗ, ਇੰਨੀ ਲੰਬੀ ਈਵਨਿੰਗ ਆ। ਈਵਨਿੰਗ ਤਾਂ 2-3 ਘੰਟੇ ਦੇ ਨੈਗੇਟਿਵ ਆਇਨਸ ਹੀ ਨਹੀਂ ਅੱਗੇ ਟਿਕਣ ਦਿੰਦੇ ਸੀ। ਲੋਕ ਸ਼ਰਾਬ ਪੀਣ ਲੱਗ ਪੈਂਦੇ ਸੀ, ਲੋਕ ਇੱਕ ਕਿਸਮ ਦੇ ਹੋਰ ਇਸ ਤਰ੍ਹਾਂ ਦੇ ਪੰਗੇ ਕਰਦੇ ਸੀ। ਹੁਣ ਅਲਕੋਹਲ ਦਾ ਸੇਵਨ ਬਹੁਤ ਵੱਧ ਗਿਆ ਇਹਨਾਂ 4-5 ਘੰਟਿਆਂ ਦੇ ਵਿੱਚ। ਕਈ ਤਾਂ ਲੋਕ ਹਨੇਰਾ ਹੋਣ ਤੋਂ ਬਾਅਦ ਜਦ ਹੀ ਆਪਸ ਵਿੱਚ ਹੀ ਗਿਟਮਿਟ ਕਰਦੇ ਆ। ਹੁਣ ਕਈ ਜੋੜੇ ਹੀ ਹਸਬੈਂਡ ਵਾਈਫ ਵੀ ਉਹ ਕਹਿੰਦੇ ਚਲੋ ਕੱਢੋ ਫਿਰ ਬੋਤਲ, ਦੋਨੇ ਸ਼ਰਾਬ ਪੀਣ ਲੱਗ ਪੈਂਦੇ ਆ। ਕਰਨ ਤੇ ਕੀ ਕਰਨ, ਮਰਦਾ ਕੀ ਨਹੀਂ ਕਰਦਾ, ਬੋਰ ਹੋ ਰਹੇ ਆ, ਫਟੀਗ ਆ, ਫਰਸਟ੍ਰੇਸ਼ਨ ਆ, ਔਰ ਕਿਤੇ ਜਾ ਨਹੀਂ ਸਕਦੇ। ਟੈਲੀਫੋਨਾਂ ਤੇ ਲੋਕ ਐਵੇਂ ਇਨਵਾਈਟ ਕਰੀ ਜਾਂਦੇ ਆ, ਉਹਨਾਂ ਨੂੰ ਹਰ ਵਾਰੀ ਜਵਾਬ ਦੇਣਾ ਔਖਾ ਹੋ ਰਿਹਾ। ਤਾਂ ਕਿਤੇ ਐਸਾ ਨਾ ਹੋਏ ਕਿ ਅਸੀਂ ਇਹ ਨਵੀਆਂ ਆ ਰਹੀਆਂ ਵੈਕਸੀਨਸ ਕਰਕੇ ਕੋਵਿਡ ਦੇ ਤੋਂ ਬਚ ਜਾਈਏ ਪਰ ਸਾਰਾ ਸ਼ਹਿਰ ਅਲਕੋਹਲਿਕ ਹੋ ਜਾਏ। ਐਂਡ
ਤਿੰਨ ਇੱਕ ਸੱਚਾਈ ਆਪਣੇ ਜਿਸ ਕਲਚਰ 'ਚ ਅਸੀਂ ਰਹਿ ਰਹੇ ਹਾਂ, ਅਸੀਂ ਅਡਿਕਟਿਵ ਕਲਚਰ 'ਚ ਰਹਿ ਰਹੇ ਹਾਂ। ਸਾਇੰਸਦਾਨ ਮੰਨਦਾ ਸੀ ਕੋਵਿਡ ਤੋਂ ਪਹਿਲਾਂ ਵੀ ਇੱਕ ਐਡਿਕਸ਼ਨ ਕਲਚਰ ਦੇ ਵਿੱਚ ਰਹਿ ਸੀ। ਐਡਿਕਸ਼ਨ ਕਲਚਰ ਦਾ ਮਤਲਬ ਹੈ ਕਿ ਜਦੋਂ ਸਾਡੇ ਅੰਦਰ ਔਖੀਆਂ ਭਾਵਨਾਵਾਂ ਆਉਂਦੀਆਂ ਵਾ, ਉਦੋਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ, ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹਨਾਂ ਨੂੰ ਮਹਿਸੂਸ ਨਹੀਂ ਕਰਦੇ। ਫੋਰ ਐਗਜ਼ਾਮਪਲ ਜੇ ਸਾਨੂੰ ਅੰਦਰੋਂ ਦੁੱਖ ਮਹਿਸੂਸ ਹੁੰਦਾ, ਜਾਂ ਤਾਂ ਅਸੀਂ ਖਾਣਾ ਚੱਕ ਲੈਂਦੇ, ਬਾਰ-ਬਾਰ ਕੁੱਕੀ, ਬਾਰ-ਬਾਰ ਚਾਕਲੇਟ ਖਾਈ ਜਾਣਾ, ਜਾਂ ਅਸੀਂ ਸ਼ਰਾਬ ਚੱਕ ਲੈਂਦੇ ਹਾਂ, ਜਾਂ ਅਸੀਂ ਏਦਾਂ ਵਾ ਕਿ ਬਾਹਰ ਘੁੰਮਣ ਚਲੇ ਜਾਵੋ, ਕੋਈ ਮੂਵੀ ਵੇਖ ਲਓ, ਆਪਦੇ ਆਪ ਨੂੰ ਡਿਸਟਰੈਕਟ ਕਰੋ, ਜਾਂ ਅਸੀਂ ਸ਼ਾਪਿੰਗ ਕਰੀ ਜਾਂਦੇ। ਸੋ ਤੁਸੀਂ ਐਡਿਕਸ਼ਨ ਦੇਖ ਲਓ, ਸ਼ਾਪਿੰਗ ਦੀ ਐਡਿਕਸ਼ਨ, ਅਲਕੋਹਲ ਦੀ ਐਡਿਕਸ਼ਨ, ਡਰੱਗਸ ਦੀ ਐਡਿਕਸ਼ਨ, ਈਟਿੰਗ ਐਡਿਕਸ਼ਨ, ਕਿਸੇ ਵੀ ਤਰੀਕੇ ਨਾਲ ਐਡਿਕਸ਼ਨ, ਐਂਡ ਸੋਸ਼ਲ ਮੀਡੀਆ ਦੀ ਐਡਿਕਸ਼ਨ, ਆਨਲਾਈਨ ਜਿਹੜੀਆਂ ਲੋਕੀ ਵੀਡੀਓਜ਼ ਦੇਖਦੇ ਉਹਨਾਂ ਦੀ ਐਡਿਕਸ਼ਨ, ਰਾਈਟ। ਸੋ ਅਸੀਂ ਇਹ ਕਲਚਰ ਜਿਹੜਾ ਐਡਿਕਸ਼ਨ ਵਾਲਾ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਸੀਗਾ ਕਿ ਅਸੀਂ ਉਹ ਕਲਚਰ ਦੇ ਜਨਰੇਸ਼ਨ ਆ ਕਿ ਜਿਸ ਜਨਰੇਸ਼ਨ ਦੇ ਵਿੱਚ ਲੋਕ ਆਪਦੇ ਅੰਦਰ ਦੀ ਮਾਨਸਿਕਤਾ ਨਾਲ ਡੀਲ ਨਹੀਂ ਕਰਦੇ, ਆਪਦੀ ਅੰਦਰ ਦੀ ਮਾਨਸਿਕਤਾ ਨੂੰ ਦਬਾਉਂਦੇ ਆ। ਐਂਡ ਮਿਸਟਰ ਤਿੰਡ, ਜਦੋਂ ਕਿਸੇ ਵੀ ਚੀਜ਼ ਨੂੰ ਤੁਸੀਂ ਦਬਾਉਣੇ ਹੋ, ਕੀ ਹੁੰਦੀ ਉਹ ਜ਼ਿਆਦਾ ਉਜਾਗਰ ਹੋਊਗੀ, ਕਿਸੇ ਹੋਰ ਤਰੀਕੇ ਨਾਲ ਤੁਹਾਡੀ ਬਾਡੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੂਗੀ, ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਤੁਹਾਨੂੰ ਬਿਮਾਰੀਆਂ ਲੱਗਣਗੀਆਂ, ਤੁਹਾਨੂੰ ਕੋਈ ਤੁਹਾਨੂੰ ਹਾਰਟ, ਕਿਡਨੀ ਦੀ ਕਿਸੇ ਵੀ ਤਰੀਕੇ ਨਾਲ ਤੁਹਾਨੂੰ। ਸੋ ਅਸੀਂ ਇੱਕ ਇਹੋ ਜਿਹੀ ਜਨਰੇਸ਼ਨ, ਅਸੀਂ ਇੱਕ ਕਲਚਰ ਇਹ ਜਮਾ ਜਿੱਥੇ ਅਸੀਂ ਸਾਡੀ ਜਿਹੜੀ ਪ੍ਰੀਚਿੰਗ ਵੀ ਹੁੰਦੀ ਹੈ ਕਿ ਹਾਊ ਟੂ ਬੀ ਹੈਪੀ, ਬੀ ਹੈਪੀ ਆਲ ਦ ਟਾਈਮ, ਬੀ ਪੋਜ਼ਿਟਿਵ ਆਲ ਦ ਟਾਈਮ। ਅਸੀਂ ਜ਼ਿੰਦਗੀ ਦਾ ਇੱਕ ਪਹਿਲੂ ਹੀ ਨਹੀਂ ਮੰਨ ਸਕੇ ਕਿ ਜ਼ਿੰਦਗੀ ਦਾ ਇੱਕ ਪਹਿਲੂ ਆ ਕਿ ਦੁੱਖ ਮਹਿਸੂਸ ਕਰਨਾ, ਇੱਕ ਦੁੱਖ ਮਹਿਸੂਸ ਕਰਨਾ ਤੇ ਖੁਸ਼ੀ ਵਾਲਾ ਮਹਿਸੂਸ ਅਸੀਂ ਬਹੁਤ ਚੰਗੀ ਤਰ੍ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਨੱਚਦੇ ਆ, ਟੱਪਦੇ ਆ, ਪਰ ਜਿਹੜਾ ਦੁੱਖ ਮਹਿਸੂਸ ਕਰਨਾ ਉਹ ਸਾਡੇ ਕਲਚਰ ਨੂੰ ਆ ਨਹੀਂ ਰਿਹਾ। ਐਂਡ ਅਸੀਂ, ਜਿਵੇਂ ਤੁਸੀਂ ਕਿਹਾ, ਵੱਧ ਤੋਂ ਵੱਧ ਐਡਿਕਸ਼ਨ, ਸ਼ਰਾਬ ਦੀ, ਕਿਸੇ ਵੀ ਤਰੀਕੇ ਨਾਲ ਅਸੀਂ ਦੂਰ ਭੱਜਦੇ ਹਾਂ ਤੇ ਆਪਦੇ ਅੰਦਰ ਦੀ ਮਾਨਸਿਕਤਾ ਦੇ ਦੁੱਖ ਤੋਂ ਅਸੀਂ ਦੂਰ ਭੱਜਦੇ ਹਾਂ। ਤੁਸੀਂ ਦੇਖੋ ਕਿ ਕਿਸੇ ਇਨਸਾਨ ਤੋਂ ਤੁਸੀਂ ਦੂਰ ਭੱਜੋਗੇ ਤਾਂ ਤੁਸੀਂ ਭੱਜ ਸਕਦੇ ਹੋ, ਆਪਦੇ ਅੰਦਰ ਤੋਂ ਦੂਰ ਕਿਹਦੇ ਕੋਲ ਭੱਜੋਗੇ ਤੁਸੀਂ? ਹੁਣ ਇੱਕ ਬੀਬੀ ਜੀ ਕਹਿੰਦੇ ਵੀ ਮੈਂ ਯੋਗਾ ਕਰਦੀ ਸੀ ਤੇ ਯੋਗਾ ਉਹਨਾਂ ਨੇ ਬੰਦ ਕਰਤਾ, ਯੋਗਾ ਤੇ ਉਹ ਜਾ ਨਹੀਂ ਸਕਦੇ। ਮੈਂ ਤਾਂ ਵੈਸੇ ਹੀ ਸੁਜੈਸਟ ਕੀਤਾ, ਮੈਂ ਕਿਹਾ ਘਰੇ ਐਕਸਰਸਾਈਜ਼ ਕਰ ਲਿਆ ਕਰੋ, ਘਰੇ ਡੰਬਲ ਵਗੈਰਾ, ਜਾਂ ਤੁਸੀਂ ਕਈਆਂ ਦੇ ਮਸ਼ੀਨਾਂ ਰੱਖੀਆਂ ਹੋਈਆਂ, ਤੁਸੀਂ ਉਹਦੇ ਤੇ ਭੱਜ ਸਕਦੇ ਹੋ, ਤੁਰ ਸਕਦੇ ਹੋ। ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਤਿਆਰ ਹੋ ਕੇ ਤੁਸੀਂ ਜਿੰਮ 'ਚ ਨਾ ਜਾਓ, ਔਰ ਬਹੁਤ ਸਾਰੇ ਹੋਰ ਲੋਕਾਂ ਦਾ ਵੀ ਇਹ ਖਿਆਲ ਆ ਕਿ ਇਹ ਇੱਕ ਪ੍ਰੈਪਰੇਸ਼ਨ ਆ, ਇਹ ਸਵੇਰੇ ਉੱਠਣਾ, ਤਿਆਰ ਹੋਣਾ, ਫਿਰ ਉਸ ਤੋਂ ਬਾਅਦ ਆਪਣਾ ਗੀਅਰ ਪਾਉਣਾ, ਡਰਾਈਵ ਕਰਕੇ ਜਾਣਾ, ਭਾਵੇਂ ਉੱਥੇ ਸਾਈਕਲ ਹੀ ਚਲਾਉਣਾ ਹੋਵੇ, ਜਾਣਾ ਕੈਡਿਲਕ 'ਚ, ਉੱਥੇ ਜਾ ਕੇ ਸਾਈਕਲ ਚਲਾਉਣਾ ਜਾਂ ਉੱਥੇ ਐਕਸਰਸਾਈਜ਼ ਕਰਨੀ ਆ, ਫਿਰ ਉਸ ਤੋਂ ਬਾਅਦ ਆਉਣਾ। ਉਹਨਾਂ ਦੇ ਰੂਟੀਨ ਬਣੇ ਹੋਏ ਆ, ਹੁਣ ਉਹ ਨਹੀਂ ਜਾ ਸਕਦੇ ਉੱਥੇ। ਹੁਣ ਇਸ ਤਰ੍ਹਾਂ ਦੇ ਰੂਟੀਨ ਟੁੱਟਣ ਨਾਲ ਜਿਹੜੀ ਇਹ ਕਰੋਨਿਕ ਫਟੀਗ ਆ, ਜਾਂ ਤੁਹਾਡੀ COVID-19 ਦੀ ਫਟੀਗ ਆ, ਇਹ ਹੋਰ ਵੱਧ ਰਹੀ ਆ। ਜਿਹੜੇ ਲੋਕ ਐਕਸਰਸਾਈਜ਼ ਦੇ ਐਡਿਕਟਡ ਸੀ, ਬਾਹਰ ਬਾਰਿਸ਼ ਹੋ ਰਹੀ ਆ, ਕੱਲ ਗੜੇ ਪੈ ਰਹੇ ਸੀ, ਬਾਹਰ ਵੀ ਨਹੀਂ ਹੋ ਜਾ ਸਕਦੇ, ਕਰਨ ਤਾਂ ਕੀ ਕਰਨ ਕੁਲਵਿੰਦਰ? ਦੇਖੋ ਮਿਸਟਰ ਤਿੰਨ, ਜਿਵੇਂ ਤੁਸੀਂ ਐਕਸਪਲੇਨ ਕਰ ਰਹੇ ਸੀ ਵੀ ਜਿਮ ਜਾਂਦੇ ਸੀ, ਦੇਖੋ ਕਿ ਉਹਨਾਂ ਦੀਆਂ ਕਿਤੇ ਨਾ ਕਿਤੇ ਯੋਗਾ ਦੇ ਨਾਲ ਇੱਕ ਮਾਨਸਿਕ ਲੋੜਾਂ ਪੂਰੀ, ਲੋਕਾਂ ਨਾਲ ਅੱਖਾਂ ਮਿਲਾਉਣੀਆਂ, ਇੱਕ ਕਨੈਕਸ਼ਨ, ਇੱਕ ਬਿਨਾਂ ਬੋਲਾਂ ਵਾਲੀ ਨਾਨ ਵਰਬਲ ਕਮਿਊਨੀਕੇਸ਼ਨ ਹੋਣੀ। ਜਦੋਂ ਅਸੀਂ ਵਾਲੇ ਇਨਸਾਨਾਂ ਦੇ ਨਾਲ ਹੁੰਦੇ ਆ, ਅਸੀਂ ਚੰਗਾ ਮਹਿਸੂਸ ਕਰਦੇ ਹਾਂ। ਐਂਡ ਜਿਹੜੇ ਲੋਕ ਸਾਡੇ ਵਾਂਗੂ ਹੀ ਐਕਸਰਸਾਈਜ਼ ਕਰਦੇ, ਸਾਨੂੰ ਉਹ ਵੀ ਚੰਗਾ ਮਹਿਸੂਸ ਹੁੰਦਾ ਵੀ ਅਸੀਂ ਇਕੱਲੇ ਨਹੀਂ ਮਹਿਸੂਸ ਕਰ ਰਹੇ। ਐਂਡ ਬਹੁਤ ਲੋਕੀ ਜਿਮ ਪਾਰਟਨਰ ਲੈਂਦੇ ਆ, ਬਹੁਤ ਲੋਕੀ ਲੈਂਦੇ ਆ ਵੀ ਇਕੱਠੇ ਜਾਈਏ, ਫਿਰ ਚੰਗਾ ਲੱਗਦਾ ਕੰਮ, ਵਰਕਆਊਟ ਕਰਨਾ ਜਾਂ ਜਿਮ ਜਾਣਾ। ਇਕੱਲੇ ਜਾਣ ਤਾਂ ਠੀਕ ਨਹੀਂ ਲੱਗਦਾ। ਤਾਂ ਜ਼ਰੂਰ ਉਹਨਾਂ ਦੀਆਂ ਇੱਕ ਮਾਨਸਿਕ ਜ਼ਰੂਰਤਾਂ ਵੀ ਜਿਹੜੀਆਂ ਬਹੁਤ ਪੂਰੀਆਂ ਹੁੰਦੀਆਂ ਸੀ। ਇੱਕ ਕੱਲਾ ਆਪਾਂ ਲੱਗਦਾ ਕਿ ਜਿਵੇਂ ਸਿਰਫ ਉਹ ਐਕਸਰਸਾਈਜ਼ ਲਈ ਜਾਂਦੀ ਸੀ, ਨਹੀਂ, ਉਹਨਾਂ ਦੀਆਂ ਮਾਨਸਿਕ ਇੱਕ ਕਨੈਕਟਡ ਮਹਿਸੂਸ ਹੋਣਾ, ਇੱਕ ਸੇਫ ਮਹਿਸੂਸ ਹੋਣਾ, ਉਹ ਲੋੜਾਂ ਵੀ ਹੋਣਾ। ਐਂਡ ਕਿਤੇ ਨਾ ਕਿਤੇ ਇੱਕ ਜਿਮ ਦਾ ਉਹਨਾਂ ਨੂੰ ਵੀ, ਉਹ ਜਿਮ ਨਹੀਂ ਜਾ ਰਹੇ ਪਰ ਉਹਨਾਂ ਦੀਆਂ ਮਾਨਸਿਕ ਲੋੜਾਂ ਵੀ ਨਹੀਂ ਪੂਰੀਆਂ ਹੋ ਰਹੀਆਂ। ਇਹ ਅਸੀਂ ਹੋਰ ਤਰੀਕੇ ਨਾਲ ਕਿਵੇਂ ਪੂਰੀਆਂ ਕਰ ਸਕਦੇ ਹਾਂ? ਐਂਡ ਇੱਥੇ ਸਾਡਾ ਬਰਨਆਊਟ ਆ, ਬਿਕਾਜ਼ ਇਹ ਜਿਹੜਾ ਇਨਸਾਨ ਇਹ ਮਹਿਸੂਸ ਕਰੇ ਉਹ ਬਰਨਆਊਟ ਜ਼ਰੂਰ ਹੋਊਗਾ, ਬਿਕਾਜ਼ ਉਹਦੀਆਂ ਮਾਨਸਿਕ ਲੋੜਾਂ ਕਿਸੇ ਹੋਰ ਤਰੀਕੇ ਨਾਲ ਪੂਰੀਆਂ ਹੋਣੀਆਂ ਚਾਹੀਦੀਆਂ। ਹੁਣ ਇੱਕ ਫਾਰਮੂਲਾ ਦੱਸਿਆ ਗਿਆ ਵੀ ਸਾਜਰੇ ਨਾ ਸੌਵੋ, 12-1 ਵਜੇ ਸੌਵੋ ਤਾਂ ਕਿ ਲੇਟ ਉੱਠੋ, ਦਿਨ ਫਿਰ ਸੌਖਾ ਲੰਘ ਜਾਂਦਾ। ਜਿਹੜੇ ਲੋਕ ਇਸ ਤਰ੍ਹਾਂ ਦੇ ਆ, ਉਹ ਕਹਿੰਦੇ ਅੱਧਾ ਦਿਨ ਤੋਂ ਹੀ ਗੁਜ਼ਰ ਜਾਂਦਾ। ਹੁਣ ਇਸ ਤਰ੍ਹਾਂ ਦੇ ਜਿਹੜੇ ਫਾਰਮੂਲੇ ਆ ਉਹ ਕੰਮ ਨਹੀਂ ਕਰਦੇ, ਉਹਦੇ ਨਾਲ ਬਾਡੀ ਰਿਦਮ ਜਿਹੜਾ ਤੁਹਾਡਾ ਕਲੌਕ ਆ ਉਹ ਖਰਾਬ ਹੋ ਜਾਂਦਾ, ਹੋਰ ਕਈ ਕਿਸਮ ਦੇ ਉਹਦੇ ਸਾਈਡ ਇਫੈਕਟਸ ਹੋ ਸਕਦੇ ਆ। ਹੁਣ ਤੁਸੀਂ ਕਹਿੰਦੇ ਸੀ ਮੈਂ ਕੁਝ ਟਿਪਸ ਦਊਂਗੀ, ਉਹਨਾਂ ਟਿਪਸ ਦੇ ਵਿੱਚੋਂ ਇਹ ਜ਼ਰੂਰ ਦੱਸੋ ਵੀ ਉਹ ਕਰਨ ਤੇ ਕੀ ਕਰਨ, ਜਿਹੜਾ ਉਹਨਾਂ ਦਾ ਸਕੈਜੂਅਲ ਹੈ ਉਹ ਕਿਹੋ ਜਿਹਾ ਹੋਵੇ। ਦੇਖੋ ਮਿਸਟਰ ਤਿੰਨ, ਸਭ ਤੋਂ ਪਹਿਲਾਂ ਆਪਾਂ ਐਸ਼ਲੀ ਦੀ ਗੱਲ ਕਰੀਏ ਕਿ ਆਪਾਂ ਸਟਕ ਕਿਉਂ ਮਹਿਸੂਸ
ਕਰਦੇ ਹਾਂ, ਆਪਾਂ ਇੱਕ ਹੀ ਭਾਵਨਾਵਾਂ ਤੇ ਸਟਕ ਕਿਉਂ? ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਸਟ੍ਰੈਸਰ ਆ ਨਿਊਜ਼, ਆਪਦਾ ਇਨਟੇਕ ਤੁਸੀਂ ਨਿਊਜ਼ ਕਿੰਨੀ ਲੈਣੀ ਆ ਕਨਸਟੈਂਟਲੀ। ਜੇ ਇਹ ਸਟ੍ਰੈਸਰ ਅਸੀਂ ਮੰਨਦੇ ਹਾਂ, ਸਟ੍ਰੈਸਰ ਅਸੀਂ ਉਹਨੂੰ ਕਹਿੰਦੇ ਆ ਜਿਹੜੀ ਚੀਜ਼ ਤੁਹਾਡੇ ਅੰਦਰ ਇੱਕ ਸਟ੍ਰੈਸ ਕੈਮੀਕਲਸ ਪ੍ਰੋਡਿਊਸ ਕਰਦੀ। ਸੋ ਇੱਕ ਤਾਂ ਸਟ੍ਰੈਸਰ ਆ ਜਿਹੜਾ ਕਿ ਨਿਊਜ਼ ਆ, ਉਹਦੇ ਬਾਅਦ ਵਿੱਚ ਤੁਹਾਡੇ ਅੰਦਰ ਜਿਹੜੇ ਸਟ੍ਰੈਸ ਕੈਮੀਕਲਸ ਪ੍ਰੋਡਿਊਸ ਹੋਏ ਉਹ ਹੋਏ। ਐਂਡ ਕਈ ਵਾਰ ਅਸੀਂ ਟੀਵੀ ਬੰਦ ਕਰ ਦਿੰਦੇ ਤੇ ਅਸੀਂ ਕਹਿੰਦੇ ਚੱਲ ਹੁਣ ਅਸੀਂ ਠੀਕ ਮਹਿਸੂਸ ਕਰਾਂਗੇ, ਪਰ ਤੁਹਾਨੂੰ ਇਹ ਯਾਦ ਰੱਖਣਾ ਕਿ ਤੁਹਾਡੀ ਬਾਡੀ ਆਲਰੇਡੀ ਨਿਊਰੋਲੋਜੀਕਲ ਥ੍ਰੈਟ ਦੇ ਵਿੱਚ ਚਲੀ ਗਈ ਆ, ਐਂਡ ਉਹ ਤੁਹਾਨੂੰ ਠੀਕ ਕਰਨਾ ਪੈਣਾ। ਚਾਹੇ ਨਿਊਜ਼ ਬੰਦ ਕਰਨ ਨਾਲ ਹੀ ਤੁਸੀਂ ਤੁਹਾਡੇ ਅੰਦਰ ਨੇ ਠੀਕ ਨਹੀਂ ਹੋਣਾ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੇ ਸਟ੍ਰੈਸਰ ਗਿਣੋ ਕਿ ਮੇਰੇ ਫੋਰ ਐਗਜ਼ਾਮਪਲ ਜਿਵੇਂ ਅਸੀਂ ਖਾਣਾ ਖਾਂਦੇ ਆ, ਉਹ ਸਾਡੇ ਨਿਊਟ੍ਰੀਐਂਟਸ ਬਣਦੇ ਆ। ਜਿਹੋ ਜਿਹੀਆਂ ਚੀਜ਼ਾਂ ਅਸੀਂ ਸੁਣਦੇ ਆ, ਅਸੀਂ ਦਿਨ ਦੇ ਵਿੱਚ ਕਿਹੋ ਜਿਹੀਆਂ ਨਿਊਜ਼ ਦੇਖਦੇ ਆ, ਕੋਵਿਡ ਬਾਰੇ ਕਿਹੋ ਜਿਹੀਆਂ ਨਿਊਜ਼ ਦੇਖਦੇ ਆ, ਲੋਕਾਂ ਦੀ ਫੇਸਬੁੱਕ ਤੇ ਅਸੀਂ ਕਿਹੋ ਜਿਹੀ ਆਈਸੋਲੇਸ਼ਨ ਦੀਆਂ ਚੀਜ਼ਾਂ ਦੇਖਦੇ ਆ, ਕਿਉਂਕਿ ਉਹ ਸਾਡੀਆਂ ਸਾਰੀਆਂ ਇੱਕ ਇਨਫੋਰਮੇਸ਼ਨ ਬਣੀ ਜਾਂਦੀਆਂ ਜੋ ਸਾਡਾ ਦਿਮਾਗ ਯੂਜ਼ ਕਰਦਾ ਭਾਵਨਾਵਾਂ ਕ੍ਰੀਏਟ ਕਰਨ ਵਾਸਤੇ। ਸੋ ਜੇ ਤੁਹਾਨੂੰ ਸਾਰਾ ਦਿਨ ਨਿਊਜ਼ ਚੈਨਲ ਵਾਲੇ ਡਰਾ ਰਹੇ ਨੇ ਤੇ ਤੁਹਾਡੇ ਅੰਦਰ ਡਰ ਹੀ ਚੱਲੂਗਾ। ਸੋ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਦੀ ਇਨਟੇਕ, ਅਸੀਂ ਤੁਹਾਡੀ ਇੱਕ ਸੋਸ਼ਲ ਮੀਡੀਆ ਦੀ ਇਨਟੇਕ ਤੇ ਇੱਕ ਜਿਹੜੀ ਟੀਵੀ ਦੀ ਇੱਕ ਨਿਊਜ਼ ਦੀ ਇਨਟੇਕ ਕਰਨੀ ਆ। ਤੋ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਪਹਿਲਾਂ ਆਪਾਂ ਇਹ ਦੇਖੀਏ ਕਿ ਆਪਾਂ ਸਟਕ ਕਿਉਂ ਹੁੰਦੇ ਆ, ਆਪਾਂ ਇੱਕ ਹੀ ਭਾਵਨਾਵਾਂ ਤੇ ਸਟਕ ਕਿਉਂ ਹੁੰਦੇ। ਇੱਕ ਤਾਂ ਮਿਸਟਰ ਤਿੰਡ ਇਹ ਹੈ ਕਿ ਸਾਡੀ ਕ੍ਰੋਨਿਕ ਸਟ੍ਰੈਸ। ਸੋ ਫੋਰ ਐਗਜ਼ਾਮਪਲ ਜੇ ਤੁਸੀਂ ਰੋਜ਼ ਇੱਕ ਕੰਮ ਤੇ ਜਾਂਦੇ ਹੋ, ਕੰਮ ਤੁਹਾਨੂੰ ਬਹੁਤ ਸਟ੍ਰੈਸ ਦਿੰਦਾ ਐਂਡ ਤੁਸੀਂ ਕੰਮ ਤੇ ਬਹੁਤ ਸਟ੍ਰੈਸ ਰਹਿੰਦੇ ਆ, ਐਂਡ ਤੁਸੀਂ ਕਹਿੰਦੇ ਕਿ ਜਦੋਂ ਮੈਂ ਕੰਮ ਤੋਂ ਚਲਿਆ ਜਾਊਂਗਾ ਘਰੇ ਜਾ ਕੇ ਮੈਂ ਠੀਕ ਹੋ ਜਾਊਂਗਾ ਕਿਉਂਕਿ ਕੰਮ ਦੀ ਸਟ੍ਰੈਸ ਆ। ਪਰ ਤੁਸੀਂ ਇਹ ਭੁੱਲ ਜਾਂਦੇ ਕਿ ਜਦੋਂ ਤੁਸੀਂ ਘਰੇ ਜਾਂਦੇ ਹੋ, ਕੈਮੀਕਲ ਜਿਹੜੇ ਤੁਹਾਡੀ ਬਾਡੀ ਨੇ ਪ੍ਰੋਡਿਊਸ ਕੀਤੇ ਆ ਕੰਮ ਤੇ, ਉਹ ਤੁਸੀਂ ਘਰੇ ਨਾਲ ਹੀ ਲੈ ਕੇ ਜਾ ਰਹੇ ਹੋ, ਉਹ ਤੁਹਾਡੀ ਬਾਡੀ ਦੇ ਵਿੱਚ ਅਕਿਊਮੂਲੇਟ ਆਲਰੇਡੀ ਹੋ ਰਹੇ ਨੇ ਐਂਡ ਉਹ ਤੁਹਾਨੂੰ ਡੀਲ ਕਰਨਾ ਪੈਣਾ ਵਾ। ਜਸਟ ਬਿਕਾਜ਼ ਤੁਸੀਂ ਕੰਮ ਤੋਂ ਘਰੇ ਆ ਗਏ ਡਜ਼ਨਟ ਮੀਨ ਸਟ੍ਰੈਸ ਤੁਹਾਡੀ ਪੂਰੀ ਹੋ ਗਈ, ਕਿਉਂਕਿ ਤੁਹਾਡੀ ਬਾਡੀ ਹਜੇ ਵੀ ਸਟ੍ਰੈਸ ਵਿੱਚ ਆ। ਤੁਹਾਡੀ ਬਾਡੀ ਦੇ ਵਿੱਚ ਹਜੇ ਵੀ ਉਹ ਸਪਰੇ ਕੈਮੀਕਲਸ ਪਏ ਆ ਜਿਹੜੇ ਤੁਸੀਂ ਜੇ ਨਾ ਉਹਨਾਂ ਨੂੰ ਕੰਪਲੀਟ ਕੀਤਾ, ਨਾ ਉਹਨਾਂ ਨੂੰ ਪ੍ਰੋਸੈਸ ਕੀਤਾ ਤੇ ਉਹ ਵਧੀ ਜਾਣੀ। ਸੋ ਇੱਕ ਤਾਂ ਇਹ ਚੀਜ਼ ਹੈ ਕਿ ਕ੍ਰੋਨਿਕ ਸਟ੍ਰੈਸ ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਚੀਜ਼ ਹੈਗੀ ਜਿਹੜੀ ਸਾਨੂੰ ਰੋਜ਼ ਸਟ੍ਰੈਸ ਦਿੰਦੀ ਹੈ। ਹੋ ਸਕਦਾ ਰਿਸ਼ਤਾ ਹੋਵੇ, ਹੋ ਸਕਦਾ ਰੋਜ਼ ਘਰੇ ਆ ਕੇ ਤੁਹਾਨੂੰ ਲੱਗੇ ਐਂਡ ਜਦੋਂ ਤੁਹਾਨੂੰ ਲੱਗਦਾ ਕਿ ਮੈਂ ਆਪਦੀ ਵਾਈਫ ਤੋਂ ਦੂਰ ਚਲੇ ਜਾਣਾ ਮੈਂ ਥੋੜਾ ਠੀਕ ਮਹਿਸੂਸ ਹੋਊਗਾ, ਪਰ ਇਹ ਯਾਦ ਰੱਖੋ ਕਿ ਤੁਹਾਡੇ ਅੰਦਰ ਕੈਮੀਕਲਸ ਪ੍ਰੋਡਿਊਸ ਹੋ ਰਹੇ ਆ, ਸਪਰੇ ਹੋ ਰਹੇ ਆ। ਸੋ ਜਦੋਂ ਚੀਜ਼ ਤੋਂ ਤੁਸੀਂ ਪਾਸੇ ਵੀ ਹੋ ਜਾਂਦੇ ਫਿਰ ਵੀ ਤੁਹਾਡੀ ਬਾਡੀ ਇੰਪੈਕਟ ਹੁੰਦੀ ਹੈ। ਸੋ ਉਹ ਅਸੀਂ ਅੱਜ ਗੱਲ ਕਰਾਂਗੇ ਕਿ ਉਹ ਅਸੀਂ ਕੰਪਲੀਟ ਕਰਨਾ। ਦੂਸਰਾ ਸੋਸ਼ਲ ਅਪਰੋਪ੍ਰੀਏਟਨੈਸ ਦਾ ਮਤਲਬ ਹੈ ਕਿ ਅਸੀਂ ਕਿਸੇ ਕੋਲ ਲੋਕ ਸਾਨੂੰ ਐਕਸਪੈਕਟ ਕਰਦੇ ਕਿ ਅਸੀਂ ਖੁਸ਼ ਰਹੀਏ, ਲੋਕ ਐਕਸਪੈਕਟ ਕਰਦੇ ਕਾਮ ਰਹੀਏ, ਲੋਕ ਐਕਸਪੈਕਟ ਕਰਦੇ ਸਾਡੇ 'ਚ ਕੋਈ ਫਰਸਟ੍ਰੇਸ਼ਨ ਨਾ ਹੋਵੇ। ਅਸੀਂ ਕਮਿਊਨਿਟੀ ਕਲਚਰ ਵਿੱਚ ਰਹਿੰਦੇ ਜਿੱਥੇ ਅਸੀਂ ਰੋ ਨਹੀਂ ਸਕਦੇ, ਜਿੱਥੇ ਅਸੀਂ ਫਰਸਟ੍ਰੇਸ਼ਨ ਨਹੀਂ ਦਿਖਾ ਸਕਦੇ। ਸੋ ਅਸੀਂ ਅੰਦਰ ਹੀ ਦਬਾ ਰਹੇ ਹਾਂ। ਤੁਸੀਂ ਕੰਮ ਤੇ ਆਉਣੇ ਹੋ, ਲੋਕ ਤੁਹਾਨੂੰ ਐਕਸਪੈਕਟ ਕਰਦੇ ਕਿ ਮਿਸਟਰ ਹਰਜਿੰਦਰ ਸਿੰਘ ਆਉਣ ਤੇ ਖੁਸ਼ ਰਹਿਣ, ਉਹਨੇ ਐਕਸਪੈਕਟ ਕਰਦੇ। ਅਸੀਂ ਜਾਂਦੇ ਕੰਮ ਤੇ ਵੀ ਫਰਸਟ੍ਰੇਟ ਹੋਣ ਜਾਂ ਉਹਨਾਂ ਦੀ ਕੋਈ ਆਪਦੀ ਹੋਵੇ, ਸਾਨੂੰ ਅਲਾਉਡ ਹੀ ਨਹੀਂ ਹੈਗਾ ਐਕਸਪ੍ਰੈਸ ਕਰਨ। ਜੇ ਅਸੀਂ ਘਰ 'ਚ ਜਾਈਏ ਐਂਡ ਅਕਸਰ ਪੇਰੈਂਟਸ ਨੂੰ ਵੀ ਮੈਂ ਅਕਸਰ ਕਹਿੰਦੀ, ਉਹ ਕਹਿੰਦੇ ਵੀ ਪ੍ਰੈਸ਼ਰ ਬਹੁਤ ਹੈ ਕਿ ਇੱਕ ਮਦਰਸ ਨੂੰ ਗੁੱਸੇ ਨਹੀਂ ਹੋਣਾ ਚਾਹੀਦਾ, ਕਾਮ ਰਹਿਣਾ ਚਾਹੀਦਾ, ਸ਼ਾਂਤੀ ਨਾਲ ਬੱਚੇ ਪਾਲਣੇ ਚਾਹੀਦੇ। ਹਾਰਡ ਆ ਬਿਕਾਜ਼ ਸਾਨੂੰ ਐਕਸਪ੍ਰੈਸ ਕਰਨ ਨੂੰ ਨਹੀਂ ਪਤਾ ਲੱਗਦਾ ਅਸੀਂ ਕਿੱਥੇ ਕਰੀਏ, ਬਿਕਾਜ਼ ਹਰ ਥਾਂ ਦੇ ਦਰਵਾਜ਼ੇ ਸਾਡੇ ਬੰਦ ਆ। ਤੀਸਰਾ, ਅਸੀਂ ਸੇਫਟੀ ਕਰਕੇ ਵੀ ਨਹੀਂ ਕਰਦੇ। ਫੋਰ ਐਗਜ਼ਾਮਪਲ ਜਿਵੇਂ ਹੁਣ ਸਾਡੇ ਜੇ ਅਸੀਂ ਰੋਡ ਤੇ ਤੁਰੇ ਜਾਂਦੇ ਹਾਂ ਤੇ ਕਿਸੇ ਨੇ ਸਾਨੂੰ ਪਿੱਛੋਂ ਗਾਲ ਕੱਢ ਦਿੱਤੀ ਤੇ ਅਸੀਂ ਉਹ ਦਬਾ ਲਾਂਗੇ ਜੋ ਅਸੀਂ ਭਾਵਨਾਵਾਂ ਮਹਿਸੂਸ ਕਰਦੇ ਪਏ ਹਾਂ, ਕਿਉਂਕਿ ਸਾਨੂੰ ਡਰ ਹੈ ਕਿ ਅਗਲਾ ਸਾਨੂੰ ਕੁੱਟ ਨਾ ਸਕੇ, ਅਗਲਾ ਸਾਨੂੰ ਕੁੱਟ ਸਕਦਾ ਕਿਉਂਕਿ ਅਗਲਾ ਜ਼ਿਆਦਾ ਤਾਕਤਵਰ ਹੈ। ਪਰ ਅਸੀਂ ਇਹ ਭੁੱਲ ਜਾਂਦੇ ਕਿ ਜਦੋਂ ਅਸੀਂ ਘਰ ਆਉਣੇ ਆ, ਜਦੋਂ ਅਸੀਂ ਉਹਨਾਂ ਉਹਨਾਂ ਸਿਚੁਏਸ਼ਨ ਤੋਂ ਆਪਦੇ ਆਪ ਨੂੰ ਬਾਹਰ ਕੱਢਦੇ ਹਾਂ, ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਾਈਕਲ ਕੰਪਲੀਟ ਕਰਨਾ ਵਾ, ਅਸੀਂ ਸਟ੍ਰੈਸ ਸਾਈਕਲ। ਐਂਡ ਹੁਣ ਆਪਾਂ ਟਿਪਸ ਦੀ ਗੱਲ ਕਰਾਂਗੇ ਕਿ ਕਿਹੜੇ ਟਿਪਸ ਦੇ ਥਰੂ ਅਸੀਂ ਸਾਈਕਲ ਕੰਪਲੀਟ ਕਰ ਸਕਦੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ। ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਵੀ ਮੇਰਾ ਗੁਆਂਢੀ ਜਦੋਂ ਕੰਮ ਤੋਂ ਆਉਂਦਾ, ਅੱਗੇ ਰੈਗੂਲਰ ਕੰਮ ਤੇ ਜਾਂਦਾ ਸੀ, ਹੁਣ ਕਿਤੇ ਕਿਤੇ ਉਹਨੂੰ ਕੰਮ ਮਿਲਦਾ ਤਾਂ ਉਹ ਵੈਨ 'ਚ ਬੈਠਾ ਰਹਿੰਦਾ, ਡਰਾਈਵੇ ਦੇ ਵਿੱਚ ਵੈਨ ਲਾ ਕੇ, ਕਹਿੰਦਾ ਘੰਟਾ ਡੇਢ ਘੰਟਾ ਵੈਨ 'ਚ ਬੈਠਾ ਰਹਿੰਦਾ। ਔਰ ਫਿਰ ਕਹਿੰਦਾ ਉਹਦੀ ਮਿਸਿਸ ਨੇ ਅੰਦਰੋਂ ਕੈਮਰੇ ਰਾਹੀਂ ਦੇਖ ਲਿਆ ਤੇ ਉਹ ਬਾਹਰ ਆਈ, ਉਹਨੇ ਆ ਕੇ ਨੌਕ ਕੀਤਾ ਵੈਨ ਤੇ। ਉਹ ਕਹਿੰਦੀ ਇੱਥੇ ਬੈਠਾ ਕੀ ਕਰਦਾ ਤੂੰ, ਘੰਟਾ ਹੋ ਗਿਆ ਬੈਠੇ ਨੂੰ, ਚੱਲ ਅੰਦਰ। ਉਹ ਕਹਿੰਦਾ ਮੈਂ ਤਾਂ ਗਾਣੇ ਸੁਣਦਾ ਸੀ ਜੀ, ਮੈਂ ਤਾਂ ਰੇਡੀਓ ਸੁਣਦਾ ਸੀ, ਇਹ ਉਹ ਇਸ ਤਰ੍ਹਾਂ ਦੇ ਉਹਨੇ ਬਹਾਨੇ ਲਾਏ। ਮੈਂ ਕਿਹਾ ਵੀ ਉਹ ਕੀ ਕਰਦਾ ਰਹਿੰਦਾ ਫਿਰ? ਕਹਿੰਦਾ ਫਿਰ ਮੈਂ ਉਹਨੂੰ ਦੂਏ ਤੀਏ ਦਿਨ ਪੁੱਛਿਆ, ਕਹਿੰਦਾ ਉਹ ਪੱਤੇ ਉਡਾ ਰਿਹਾ ਸੀ ਬਲੋਰ ਦੇ ਨਾਲ। ਤੇ ਕਹਿੰਦਾ ਮੈਂ ਕਿਹਾ ਵੀ ਤੂੰ 2-2 ਘੰਟੇ ਬੈਠਾ ਰਹਿਣਾ, ਉਦੋਂ ਭੈਣ ਜੀ ਤੈਨੂੰ ਇੱਥੋਂ ਲੈ ਕੇ ਗਈ ਆ ਦਵਲ ਕੇ ਵੈਨ 'ਚੋਂ, ਕੀ ਗੱਲ ਹੋ ਗਈ? ਉਹ ਕਹਿੰਦਾ ਭਰਾਵਾ ਪੁੱਛਣਾ ਤੂੰ, ਜੇ ਅੰਦਰ ਜਾਣਾ ਮੇਰਾ ਸਾਹ ਘੁੱਟਦਾ, ਮੇਰੇ ਨਾਲ ਲੜਦੀ, ਜੇ ਮੈਂ ਬਾਹਰ ਬੈਠਦਾ ਤਾਂ ਮੈਂ, ਉਹ ਕਹਿੰਦੇ ਵੈਨ 'ਚੋਂ, ਉਹ ਕਹਿੰਦੀ ਬਾਹਰ ਕਿਉਂ ਬੈਠਾ, ਹੋਰ ਮੈਂ ਕਿਤੇ ਹੁਣ ਜਾ ਨਹੀਂ ਸਕਦਾ।
ਮੈਨੂੰ ਹੁਣ ਕਿਤੇ ਮੈਂ ਜਾਣ ਨੂੰ ਮੈਨੂੰ ਥਾਂ ਨਹੀਂ, ਮੈਂ ਕਿਤੇ ਹੋਰ ਕਿਸੇ ਦੋਸਤ ਕੋਲ ਜਾਣਾ, ਦੋਸਤ ਕਹਿੰਦੇ ਇੱਥੇ ਨਾ ਹੀ ਰਹਿਣ ਦੇ, ਤੂੰ ਆਪਣਾ ਆਪ ਘਰੇ ਜਾ, ਅਸੀਂ ਤਾਂ ਆਪ ਆਪਦੇ ਘਰੇ ਬੈਠੇ ਹਾਂ। ਸੋ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਗਿਆ ਜਿਹਦੇ 'ਚ ਬਹੁਤ ਸਾਰੇ ਲੋਕ ਨਪੀੜੇ ਜਾ ਰਹੇ, ਯਾਨੀ ਮਨੋਵਿਗਿਆਨਕ ਤੌਰ ਤੇ ਉਹਨਾਂ ਨੂੰ ਜਿਹੜਾ ਇਹ ਨਪੀੜੇ ਜਾਣਾ, ਮੇਰਾ ਖਿਆਲ ਆ ਕਿਤੇ ਐਸਾ ਨਾ ਹੋਏ ਕਿ ਸਾਡੀ ਮਾਨਸਿਕਤਾ ਹੀ ਬਦਲ ਜਾਵੇ। Yeah, Mr. Tind, and it's very sad ਕਿ ਅਸੀਂ ਜੇ ਉਹ ਇੱਕ ਕੋਵਿਡ ਤੋਂ ਲੈਣ ਕਿ ਸਾਡਾ ਘਰ ਜਿਹੜਾ ਅਸੀਂ ਬਣਾਉਂਦੇ ਆ ਨਾ, ਉਹਦੇ ਵਿੱਚ ਸਾਨੂੰ ਸੇਫਟੀ, ਸਾਡੀ ਮਾਨਸਿਕ ਜ਼ਰੂਰਤ ਆ ਕਿ ਅਸੀਂ ਪਰਿਵਾਰਾਂ ਦੇ ਵਿੱਚ ਸੇਫ ਮਹਿਸੂਸ ਕਰੀਏ। ਐਂਡ ਕਿਤੇ ਨਾ ਕਿਤੇ ਮੇਬੀ ਇਹਨਾਂ ਲਈ ਇੱਕ ਇਹ ਬੜਾ ਸੰਕੇਤ ਹੈ ਕਿ ਉਹਨਾਂ ਨੂੰ ਹੈਲਪ ਲੈਣ ਦੀ ਲੋੜ ਹੈ ਰਿਸ਼ਤੇ ਦੇ ਵਿੱਚ, ਬਿਕਾਜ਼ ਜਿਹੜਾ ਰਿਸ਼ਤਾ ਸਿਰਫ ਉਹ ਅਵੋਇਡ ਕਰ ਰਹੇ ਸੀਗੇ ਜਦੋਂ ਪੈਂਡੈਮਿਕ ਨਹੀਂ ਸੀਗਾ, ਉਹ ਸਿਰਫ ਬਾਹਰ ਜਾ ਕੇ ਜਾਂ ਡਰਿੰਕ ਕਰਕੇ ਜਾਂ ਕਿਸੇ ਤਰੀਕੇ ਨਾਲ ਉਸ ਚੀਜ਼ ਨੂੰ ਅਵੋਇਡ ਕਰਨ ਦੀ। ਪਰ ਤੁਸੀਂ ਦੇਖੋ ਵੀ ਕਿੰਨੀ ਸੈਡ ਚੀਜ਼ ਹੈ ਕਿ ਜਦੋਂ ਅਸੀਂ ਆਪਣਾ ਘਰ ਹੀ ਅਵੋਇਡ ਕਰਨ ਲੱਗ ਜਾਈਏ, ਕਿਸੇ ਬਾਹਰਲੀ ਚੀਜ਼ ਨੂੰ ਅਸੀਂ ਅਵੋਇਡ ਕਰੀਏ ਤਾਂ ਠੀਕ ਹੈ, ਪਰ ਅਸੀਂ ਆਪਦੇ ਅੰਦਰ ਨੂੰ, ਆਪਦੇ ਘਰ ਨੂੰ, ਜਿੱਥੇ ਸਾਡਾ ਰੋਜ਼ ਜਿੱਥੇ ਅਸੀਂ ਸੌਣ ਜਾਂਦੇ ਹਾਂ, ਜਿੱਥੇ ਅਸੀਂ ਆਪਦੇ ਰੈਸਟ ਕਰਨ ਜਾਂਦੇ ਹਾਂ, ਉਹੀ ਜਗ੍ਹਾ ਸਾਨੂੰ ਖਤਰਨਾਕ ਲੱਗਣ ਲੱਗ ਜਾਵੇ, ਉਹੀ ਜਗ੍ਹਾ ਸਾਡੇ ਮਨ ਨੂੰ ਡੇਂਜਰ ਲੱਗਣ ਲੱਗ ਜਾਵੇ। ਸੋ ਸੈਡ, ਬਹੁਤ ਇੱਕ ਇੱਕ ਸੰਕੇਤ ਉਹਨਾਂ ਨੂੰ ਮਿਲਿਆ ਕਿ ਉਹਨਾਂ ਨੂੰ ਇਸ ਰਿਸ਼ਤੇ 'ਚ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਮਦਦ ਦੀ ਲੋੜ ਆ, ਐਂਡ ਉਹ ਬਹੁਤ ਸਾਲਾਂ ਤੋਂ ਇਸ ਚੀਜ਼ ਨੂੰ ਬਸ ਪੋਸਟਪੋਨ ਕਰ ਰਹੇ ਸੀਗੇ, ਕੋਸ਼ਿਸ਼ ਕਰ ਰਹੇ ਸੀ ਵੀ ਘੱਟ ਤੋਂ ਘੱਟ ਘਰੇ ਆਵਾਂ, ਵੱਧ ਤੋਂ ਵੱਧ ਟਾਈਮ ਬਾਹਰ ਕੱਢਾਂ, ਪਰ ਕੋਵਿਡ ਨੇ ਇੱਕ ਚੀਜ਼ ਤਾਂ ਉਹਨਾਂ ਲਈ ਇੰਟਰੋਡਿਊਸ ਕੀਤੀ ਜਿੱਥੇ ਉਹ ਮਦਦ ਲੈ ਸਕਦੇ ਆ। ਸ਼ਾਇਦ ਇਹ ਸਮਾਂ ਰਿਸ਼ਤਿਆਂ ਨੂੰ ਰੀਅਸੈਸ ਕਰਨ ਦਾ ਵੀ ਹੋਵੇ। ਇਹ ਫਟੀਗ ਹੈ ਜਿਹੜੀ, ਇਹ ਵੱਖਰਾ ਰੰਗ ਵੀ ਲਿਆ ਸਕਦੀ। ਤੁਸੀਂ ਦੱਸਣ ਲੱਗੇ ਸੀ ਕਿ ਇਹਨੂੰ ਕਿਵੇਂ ਆਪਾਂ ਹੁਣ ਹੈਂਡਲ ਕਰ ਸਕਦੇ ਹਾਂ। ਆਪਾਂ ਸਮੱਸਿਆਵਾਂ ਜਿਹੜੀਆਂ ਡਿਸਕਸ ਕੀਤੀਆਂ ਨੇ, ਜੈਨੂਅਨ ਸਮੱਸਿਆਵਾਂ ਨੇ, ਆਮ ਸਧਾਰਨ ਲੋਕਾਂ ਦੀਆਂ ਸਮੱਸਿਆਵਾਂ ਨੇ, ਜਿਹੜੀਆਂ ਲੋਕਾਂ ਦੇ ਮਨਾਂ 'ਤੇ ਬੁਰਾ ਅਸਰ ਪਾ ਰਹੀਆਂ ਨੇ। ਫਟੀਗ, ਥਕਾਵਟ, ਫਰਸਟ੍ਰੇਸ਼ਨ, ਅੰਦਰ ਰਹਿਣ ਦਾ, ਇਕਾਂਤਵਾਸ ਦਾ, ਜਿਹੜਾ ਆਈਸੋਲੇਸ਼ਨ ਦਾ, ਜਾਂ ਜਿਹੜਾ ਵੀ ਸੋਲਿਟਰੀ ਕਨਫਾਈਨਮੈਂਟ ਦਾ ਇਹ ਡਰ ਹੈ, ਇਹ ਲੋਕਾਂ ਨੂੰ ਵੱਡ ਖਾਈ ਜਾਂਦਾ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਮਿਸਟਰ ਤਿੰਨ, ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇਹਨਾਂ ਭਾਵਨਾਵਾਂ ਨੂੰ ਪਹਿਲਾਂ ਤਾਂ ਆਪਣੇ ਵਿੱਚ ਮਹਿਸੂਸ ਕਰੀਏ, ਇਹਨਾਂ ਤੋਂ ਭੱਜਣ ਦੀ ਬਜਾਏ। ਸੋ ਨੈਕਸਟ ਟਾਈਮ ਜਦੋਂ ਵੀ ਤੁਸੀਂ ਇੱਕ ਲੋਨਲੀ ਮਹਿਸੂਸ ਕਰਦੇ ਆ, ਫਰਸਟ੍ਰੇਟਡ ਕਰਦੇ ਆ, ਜਾਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਮਹਿਸੂਸ ਕਰਦੇ ਆ, ਯਾਦ ਰੱਖੋ ਕਿ ਮੈਂ ਇਹਨਾਂ ਭਾਵਨਾਵਾਂ ਨੂੰ ਮਿਟਾਉਣ ਦੀ ਕਿਵੇਂ ਕੋਸ਼ਿਸ਼ ਕਰਦਾ। ਕਿ ਮੈਂ ਇੱਕ ਰਿਸ਼ਤੇ ਤੋਂ ਜਾਣਾ, ਜਾਂ ਮੈਂ ਇੱਕ ਸ਼ਰਾਬ ਦਾ ਗਲਾਸ ਚੱਕਦਾ, ਜਾਂ ਮੈਂ ਇੱਕ ਖਾਣੇ ਵਾਲੀ ਚੀਜ਼ ਚੱਕਦਾ ਵਾਂ, ਜਾਂ ਮੈਂ ਅਗਰੈਸਿਵ ਹੋ ਜਾਣਾ ਵਾ, ਕਿਸੇ ਨੂੰ ਮੈਂ ਬਲੇਮ ਕਰਨ ਲੱਗ ਜਾਣਾ। ਸੋ ਆਪਦੀਆਂ ਐਡਿਕਸ਼ਨ ਪੈਟਰਨ ਪਛਾਣੋ, ਐਂਡ ਉਸ ਜਿੰਨਾ ਵਕਤ ਤੇ ਐਨਰਜੀ ਤੁਸੀਂ ਇਹਨਾਂ ਤੋਂ ਭੱਜਣ ਲਈ ਲਾਉਣੇ ਆ, ਉਹਨਾਂ ਵਕਤ ਤੇ ਐਨਰਜੀ, ਉਹਦੇ ਤੋਂ ਘੱਟ ਵਕਤ ਤੇ ਐਨਰਜੀ ਲੱਗਦਾ ਕਿ ਇਹਨਾਂ ਨੂੰ ਮਹਿਸੂਸ ਕਰਨਾ। ਸਿਰਫ ਜਦੋਂ ਤੁਸੀਂ ਇਹਨਾਂ ਨੂੰ ਮਹਿਸੂਸ ਕਰੋਗੇ, ਚਲੀਆਂ ਜਾਣਗੀਆਂ ਤੁਹਾਡੇ ਵਿੱਚੋਂ। ਸੋ ਅਸੀਂ ਭੱਜਣਾ ਨਹੀਂ। ਸੋ ਇਸ ਚੀਜ਼ ਤੇ ਥੋੜਾ ਜਿਹਾ, ਇਹ ਬਹੁਤ ਸੌਖਾ ਨਹੀਂ ਆਪਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨਾ, ਸਪੈਸ਼ਲੀ ਆਦਮੀਆਂ ਲਈ ਇਹ ਚੀਜ਼ਾਂ ਸੌਖੀਆਂ ਨਹੀਂ ਹੈਗੀਆਂ। ਪਰ ਕੋਸ਼ਿਸ਼ ਕਰਿਓ ਕਿ ਤੁਹਾਡੀ ਬੋਡੀ ਦੇ ਆਪਦੇ ਅੰਦਰ ਜਾਵੋ। ਫੋਰ ਐਗਜ਼ਾਮਪਲ ਜੇ ਤੁਸੀਂ ਫਰਸਟ੍ਰੇਸ਼ਨ ਮਹਿਸੂਸ ਕਰ ਰਹੇ ਹੋ, ਤੇ ਆਪਦੀ ਬੋਡੀ ਦੇ ਅੰਦਰ ਜਾ ਕੇ ਦੇਖੋ ਵੀ ਕਿਹੜਾ ਹਿੱਸਾ ਮੇਰੇ ਸਰੀਰ ਦਾ ਫਰਸਟ੍ਰੇਸ਼ਨ ਤੇ ਸਟ੍ਰੈਸ ਮਹਿਸੂਸ ਕਰ ਰਿਹਾ ਵਾ। ਜਦੋਂ ਤੁਸੀਂ ਗੁੱਸੇ ਚੋਂ, ਤੁਸੀਂ ਦੇਖੋ ਕਿਹੜਾ, ਕਈ ਵਾਰ ਲੋਕਾਂ ਦੇ ਕੰਨ ਗਰਮ ਹੋ ਜਾਂਦੇ ਆ, ਮੈਂ ਮੈਨੂੰ ਕਈ ਵਾਰ ਜਦੋਂ ਗੁੱਸਾ ਚੜਦਾ ਮੇਰਾ ਸਿਰ ਦੁਖਣ ਲੱਗ ਜਾਂਦਾ। ਸੋ ਆਪਦੇ ਅੰਦਰ ਬੋਡੀ ਦੀਆਂ ਸੈਂਸੇਸ਼ਨਸ ਦੇਖੋ ਵੀ ਕਿਹੜੀਆਂ ਚੀਜ਼ਾਂ, ਜਦੋਂ ਇਹ ਸਟ੍ਰੈਸ ਆਉਂਦੀ ਮੇਰੀ ਬੋਡੀ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ। ਸੋ ਇਹਦੇ ਨਾਲ ਜਦੋਂ ਤੁਸੀਂ ਮਹਿਸੂਸ ਕਰਨ ਲੱਗ ਜਾਓਗੇ, ਉਹ ਜਿਹੜੀ ਇਮੋਸ਼ਨ ਆਪਦੇ ਆਪ ਹੀ ਚਲੀ ਜਾਣੀ। ਸੋ ਹਾਂਜੀ, ਜਿਹੜੇ ਆਪਾਂ ਟਿਪਸ ਦੇਣੇ, ਸੋ ਫਰਸਟ ਟਿਪ ਹੈ ਕਿ ਬੱਚਿਆਂ ਬਾਰੇ ਟਿਪਸ ਦਿਓ, ਕਿਉਂਕਿ ਕੁਲਵਿੰਦਰ ਬੱਚਿਆਂ ਬਾਰੇ ਇਹ ਆ ਵੀ ਪਹਿਲਾਂ ਤਾਂ ਜਿਹੜੇ ਮੈਜੋਰਿਟੀ ਵਰਕਿੰਗ ਕਲਾਸ ਦੇ ਲੋਕ ਨੇ, ਉਹ ਤਾਂ ਸਵੇਰੇ ਤੜਕੇ ਪਰੌਠਾ ਗੋਲ ਕਰਨਾ, ਚੱਬਦੇ ਨੇ ਚਲੇ ਜਾਣਾ, ਲੰਚ ਕਿੱਟ ਚੱਕ ਕੇ, ਰਾਤ ਨੂੰ ਹਨੇਰੇ ਹੋਏ ਆਉਣਾ, ਇੱਕ ਦੋ ਡਰਿੰਕਾਂ ਲਾਉਣੀਆਂ, ਜਾ ਕੇ ਸੌ ਜਾਣਾ, ਤੜਕੇ ਫਿਰ ਨਿਕਲ ਜਾਣਾ। 7 ਦਿਨ ਕੰਮ ਕਰੇ ਦੇ ਨੇ। ਹੁਣ ਜਦੋਂ ਬੱਚਿਆਂ 'ਚ ਬੈਠਦੇ ਆ ਔਰ ਬੱਚਿਆਂ ਨਾਲ ਗੱਲਬਾਤ ਕਰਦੇ ਆ, ਉਹ ਤਾਂ ਫਟੀਗ ਦੇ ਵਿੱਚ ਨੇ, ਭੱਜ ਪੈਂਦੇ ਆ। ਉਹਨਾਂ ਨੂੰ ਮਾੜੀ ਗੱਲ ਦੇ ਉੱਤੇ ਬੱਚਿਆਂ ਨੂੰ ਐ ਕੁੱਦ ਕੇ ਪੈਂਦੇ ਆ। ਬੱਚੇ ਡੈਂਬਰੇ ਹੋਏ ਐ, ਹੈਰਾਨ ਹੁੰਦੇ ਆ ਵੀ ਇਹ ਉਹੀ ਡੈਡੀ ਆ ਸਾਡਾ। ਫਿਰ ਉਹ ਅੰਦਰ ਵੜ ਕੇ ਮਾਂ ਨੂੰ ਪੁੱਛਦੇ ਵੀ ਇਹਨੂੰ ਹੋ ਕੀ ਗਿਆ, ਇਹਦਾ ਭੱਜ ਕੇ ਪੈਂਦਾ। ਇਸ ਤਰ੍ਹਾਂ ਦਾ ਜਿਹੜਾ ਬਿਹੇਵੀਅਰ ਆ ਵੱਡੂ ਖਾਉਣ ਵਾਲਾ, ਉਹਨੇ ਤਾਂ ਸਾਰਾ ਮਾਹੌਲ ਖਰਾਬ ਕਰ ਦੇਣਾ। ਐਂਡ ਹਾਂਜੀ, ਜਿਹੜੇ ਟਿਪਸ ਦੀ ਅਸੀਂ ਗੱਲ ਕਰਾਂਗੇ, ਉਹ ਇੱਕ ਬੱਚਿਆਂ ਲਈ ਵੀ, ਪੇਰੈਂਟ ਲਈ ਵੀ, ਉਹ ਹਰ ਕੋਈ ਅਪਲਾਈ ਕਰ ਸਕਦਾ। ਸੋ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਨੰਬਰ 1 ਸਟ੍ਰੈਸ ਮਹਿਸੂਸ ਕਰਦੇ ਹੋ, ਆਪਦੀ ਬੋਡੀ ਨੂੰ ਮੂਵ ਕਰੋ। ਫੋਰ ਐਗਜ਼ਾਮਪਲ, ਜੇ ਤੁਸੀਂ ਲਿਵਿੰਗ ਰੂਮ ਦੇ ਵਿੱਚ ਬੈਠੇ ਹੋ ਐਂਡ ਫਰਸਟ੍ਰੇਟਡ ਮਹਿਸੂਸ ਕਰਦੇ ਹੋ, ਥੋੜਾ ਵਾਕ ਕਰੋ। ਐਂਡ ਘਰ ਦੇ ਆਲੇ ਦੁਆਲੇ ਹੁੰਦਾ ਕੀ ਹੈ ਕਿ ਤੁਹਾਡੀ ਬੋਡੀ ਜਿਹੜੇ ਸਟ੍ਰੈਸ ਕੈਮੀਕਲ ਤੁਹਾਡੇ ਅੰਦਰ
ਰਿਲੀਜ਼ ਕਰਦੇ ਹੋ ਯੂਜ਼ ਹੋ ਜਾਂਦੇ ਜਦੋਂ ਤੁਸੀਂ ਆਪਣੀ ਬਾਡੀ ਮੂਵ ਕਰਨ ਲੱਗ ਜਾਂਦੇ। ਜਿਵੇਂ ਆਪਾਂ ਕਿਹਾ ਕਿ ਤੁਹਾਡੇ ਸ਼ੇਰ ਮਗਰ ਪੈ ਗਿਆ ਐਂਡ ਸਡਨਲੀ ਉਹ ਬਾਡੀ ਨੇ ਯੂਜ਼ ਕਰਨ ਲੱਗੇ। ਸੋ ਆਪਦੀ ਬਾਡੀ ਨੂੰ ਕਿਸੇ ਵੀ ਤਰੀਕੇ ਨਾਲ ਮੂਵਮੈਂਟ ਹੋ ਸਕਦੀ। ਕਈ ਲੋਕ ਤਾਂ ਬਹੁਤ ਜ਼ਿਆਦਾ ਹੈਵੀ ਐਕਸਰਸਾਈਜ਼ ਕਰਦੇ ਆ, ਪਰ ਜ਼ਰੂਰੀ ਨਹੀਂ ਤੁਸੀਂ ਹੈਵੀ ਐਕਸਰਸਾਈਜ਼ ਕਰੋ। ਤੁਸੀਂ ਆਪਦੇ ਡਰਾਈਵੇ ਦੇ ਵਿੱਚ ਵਾਕ ਕਰ ਸਕਦੇ ਹੋ, ਬਾਹਰ ਥੋੜਾ ਵਾਕ ਕਰਨ ਜਾ ਸਕਦੇ, ਘਰ ਦੇ ਵਿੱਚ ਵੀ ਕੋਈ ਕੰਮ ਕਰ ਸਕਦੇ ਜਿੱਥੇ ਫਿਜ਼ੀਕਲ ਮੂਵਮੈਂਟ। ਨੰਬਰ 2, ਜਿਹੜੇ ਲੰਮੇ ਸਾਹ ਲੈਣੇ, ਇਹਨੂੰ ਤੁਸੀਂ ਬਰੀਥਿੰਗ ਐਕਸਰਸਾਈਜ਼ਸ ਵੀ ਕਹਿੰਦੇ। ਆਪਦੀ ਜ਼ਿੰਦਗੀ ਦੇ ਵਿੱਚ ਇਹਨੂੰ ਥੋੜਾ ਅਕੋਮੋਡੇਟ ਕਰੋ ਕਿ ਜਿਵੇਂ ਸੁਬਾਹ ਮਾਰਨਿੰਗ ਦੇ ਵਿੱਚ ਚਾਹੇ 3 ਮਿੰਟ ਚਾਹੇ 2 ਮਿੰਟ, ਪਰ ਲੰਮੇ ਸਾਹ ਹੋਣ, ਬੜੇ ਲੰਮੇ। ਜਿਵੇਂ ਆਪਾਂ ਕਈ ਵਾਰ ਡਾਕਟਰ ਦੇ ਜਾਂਦੇ ਤਾਂ ਤੁਹਾਨੂੰ ਕਹਿੰਦੇ ਨਾ ਲੰਮੇ ਸਾਹ ਲਵੋ, ਹਾਂਜੀ ਓਦਾਂ ਦੇ ਲੰਮੇ ਸਾਹ ਲੈਣੇ ਆ ਤੇ ਲੰਮਾ ਸਾਹ ਲੈ ਕੇ ਤੇ ਫਿਰ ਲੰਮਾ ਸਾਹ ਛੱਡਣਾ ਵਾ। ਐਂਡ ਜੇ ਤੁਸੀਂ ਕੰਫਰਟੇਬਲ ਹੋ, ਹੋਲਡ ਕਰੋ ਥੋੜਾ ਜਿਹਾ 3 ਜਾਂ 4 ਸੈਕਿੰਡ ਵਾਸਤੇ, ਲੰਮਾ ਸਾਹ ਲੈ ਕੇ 3-4 ਸੈਕਿੰਡ, ਕਿਉਂਕਿ ਇਹਦੇ ਨਾਲ ਵੀ ਕੀ ਹੋਊਗਾ, ਜਿਹੜੀ ਤੁਹਾਡੀ ਬਾਡੀ ਹੈ ਨਾ, ਉਹ ਤੁਹਾਡਾ ਨਰਵਸ ਸਿਸਟਮ ਰੈਗੂਲੇਟ ਕਰੂਗਾ ਦੁਬਾਰਾ। ਹੁਣ ਸਾਡੇ ਸਾਰਿਆਂ ਦੇ ਨਰਵਸ ਸਿਸਟਮ ਡਿਸਰੈਗੂਲੇਸ਼ਨ ਚ ਆ, ਸਾਰੇ, ਕੋਈ ਉਹਨਾਂ ਦੀ ਹੈ ਨਹੀਂ ਰੈਗੂਲੇਸ਼ਨ, ਬਿਕਾਜ਼ ਅਸੀਂ ਉਹ ਚੀਜ਼ਾਂ ਨਹੀਂ ਕਰ ਰਹੇ। ਸੋ ਜਦੋਂ ਤੁਸੀਂ ਇਹ ਬਰੀਥਿੰਗ ਐਕਸਰਸਾਈਜ਼ਸ ਵੀ ਕਰੋਗੇ, ਤੁਹਾਡਾ ਜਿਹੜਾ ਨਰਵਸ ਸਿਸਟਮ ਆ ਬੈਕ ਟੂ ਰੈਗੂਲੇਸ਼ਨ ਤੇ ਆ ਜਾਊ। ਸੋ ਇਹ ਜ਼ਰੂਰ ਤੁਸੀਂ ਦਿਨ ਦੇ ਵਿੱਚ 1 ਜਾਂ 2 ਮਿੰਟ। ਤੀਸਰਾ ਮਿਸਟਰ 3, ਇੱਕ ਪੋਜ਼ਿਟਿਵ ਸੋਸ਼ਲ ਇੰਟਰੈਕਸ਼ਨ। ਕਈ ਵਾਰ ਸਾਨੂੰ ਐਂ ਲੱਗਦਾ, ਕਈ ਵਾਰ ਆਪਾਂ ਕਿਤੇ ਟ੍ਰੇਨ ਤੇ ਵੀ ਜਾਂਦੇ, ਆਪਾਂ ਨੂੰ ਇਹਨਾਂ ਕੋਈ ਬੁਲਾਵੇ ਨਾ, ਬਸ ਮੈਨੂੰ ਇਕੱਲਾ ਛੱਡ ਦੇਵੇ, ਮੈਨੂੰ ਨਾ ਕੋਈ ਬੁਲਾਵੇ। ਐਂਡ ਸਾਡੇ ਪਰਪਸ ਹੀ ਹੋ ਗਿਆ ਵੀ ਜੇ ਅਸੀਂ ਡਾਕਟਰ ਦੇ ਵੀ ਕਈ ਵਾਰ ਜਾਂਦੇ, ਸਾਨੂੰ ਕਹਿੰਦੇ ਕੋਈ ਦੇਖ ਨਾ ਲਵੇ, ਜਿਹੜਾ ਕੋਈ ਜਾਣਦਾ ਹੋਵੇ, ਸਾਨੂੰ ਉਹਦਾ ਗੱਲ ਕਰਨੀ ਪਊਗੀ, ਹੈ ਨਾ। ਐਂਡ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਤੇ ਲੋਕਾਂ ਨਾਲ ਗੱਲਾਂ ਕਰੋ। ਇਟਸ ਓਕੇ ਕੈਜੂਅਲ ਚੈਟ। ਤੁਸੀਂ ਆਪ ਵੀ ਇਹ ਮਹਿਸੂਸ ਕੀਤਾ ਹੋਊਗਾ ਕਿ ਜਦੋਂ ਅਸੀਂ ਇੱਕ ਕੈਜੂਅਲ ਜੀ ਵੀ ਚੈਟ ਕਰਦੇ ਹਾਂ, ਚਾਹੇ ਤੁਰੇ ਜਾਂਦੇ ਵੀ ਕਰਦੇ ਹਾਂ, ਅਸੀਂ ਵਾਕ ਕਰਨ ਤੇ ਹੈਲੋ ਵੀ ਕਹਿੰਦੇ ਕਿਸੇ ਨੂੰ, ਸਮਾਈਲ ਵੀ ਕਰਦੇ ਹਾਂ, ਤੇ ਤੁਹਾਡੇ ਅੰਦਰ ਚੰਗਾ ਮਹਿਸੂਸ ਹੁੰਦਾ ਕੁਛ। ਕੋਰਸ ਤੁਸੀਂ ਆਊਟ ਆਫ ਹੈਬਿਟ ਆਪਾਂ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਸਟੋਰ ਵੀ ਜਾਵੜੇ ਅਸੀਂ ਅਵੋਇਡ ਕਰਦੇ ਹਾਂ ਵੀ ਸਾਨੂੰ ਕੋਈ ਜਾਣਦਾ ਕਰਦਾ ਨਾ ਮਿਲ ਜੇ, ਟਾਈਮ ਵੇਸਟ ਹੋਊਗਾ। ਪਰ ਜੇ ਉਸ ਚੀਜ਼ ਤੋਂ ਤੁਸੀਂ ਪਾਸੇ ਜਾ ਕੇ ਇੱਕ ਐਕਸਪੈਰੀਮੈਂਟ ਕਰਕੇ ਦੇਖਿਓ ਵੀ ਜਦੋਂ ਮੈਂ ਇਹ ਕਰਨ ਦੀ ਬਜਾਏ ਲੋਕਾਂ ਨਾਲ ਮਿਲਦਾ ਵਾਂ, ਜਾਂ ਮੈਂ ਲੋਕਾਂ ਨਾਲ ਗੱਲ ਕਰਦਾ, ਲੋਕਾਂ ਨਾਲ ਮੈਂ ਅੱਖਾਂ ਨਾਲ ਕਮਿਊਨੀਕੇਸ਼ਨ ਕਰਦਾ, ਤੇ ਮੈਂ ਆਪਦੇ ਅੰਦਰ ਚੰਗਾ ਮਹਿਸੂਸ ਕਰਦਾ। ਸੋ ਜਿਹੜੀ ਤੁਹਾਡੀ ਬਾਡੀ ਦੇ ਜਿਹੜੀ ਅੰਦਰ ਨਰਵਸ ਸਿਸਟਮ, ਉਹ ਰੈਗੂਲੇਟ ਹੁੰਦਾ ਪੋਜ਼ਿਟਿਵ ਸੋਸ਼ਲ ਇੰਟਰੈਕਸ਼ਨ ਨਾਲ। ਉਹ ਕੋਈ ਵੀ ਹੋ ਸਕਦੀ ਆ, ਜਿਵੇਂ ਤੁਸੀਂ ਫੇਸਬੁੱਕ ਤੇ ਕਿਸੇ ਨੂੰ ਕਮੈਂਟ ਦਿੱਤਾ, ਇਹ ਵੀ ਦੇ ਸਕਦੇ ਵੀ ਪੋਜ਼ਿਟਿਵ ਇੰਟਰੈਕਸ਼ਨ ਆ। ਸੋ ਬੇਸਿਕਲੀ ਪੋਜ਼ਿਟਿਵ ਇੰਟਰੈਕਸ਼ਨਸ ਹੋ, ਕੰਮ ਤੇ ਜਾਂ ਤੁਸੀਂ ਵਾਕ ਕਰਦੇ ਪਏ ਕਿਸੇ ਨੂੰ ਸਮਾਈਲ ਕਰੋ, ਜੇ ਵਾਕ ਕਰਦੇ ਪਏ ਕਿਸੇ ਨੂੰ ਕਹੋ ਆਈ ਹੋਪ ਕਿ ਤੁਸੀਂ ਸੇਫ ਰਹੋ, ਬੀ ਸੇਫ। ਤੁਸੀਂ ਦੇਖੋਗੇ ਤੁਹਾਡੇ ਅੰਦਰ ਇਹ ਚੀਜ਼ਾਂ ਚੰਗੀਆਂ ਮਹਿਸੂਸ ਹੋਣ ਲੱਗ ਜਾਂਦੀਆਂ। ਦੂਸਰਾ ਮਿਸਟਰ ਟਿੰਡੋ ਕਹਿੰਦੇ ਆ ਕਿ ਜਦੋਂ ਤੁਸੀਂ ਹੱਗ ਕਰਦੇ ਆ, 20 ਸਕਿੰਟ ਦੀ ਹੱਗ ਹੋਵੇ। ਰੀਅਲੀ 20 ਸਕਿੰਟ ਦੀ। ਐਂਡ ਅੱਜ ਕੱਲ ਮੈਨੂੰ ਪਤਾ ਕਿ ਕੋਵਿਡ ਕਰਕੇ ਅਸੀਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਆ, ਪਰ ਜਿਹੜੇ ਲੋਕਾਂ ਨਾਲ ਅਸੀਂ ਘਰ ਦੇ ਵਿੱਚ ਰਹਿੰਦੇ ਆ, ਉਹਨਾਂ ਨਾਲ ਅਸੀਂ ਇੱਕ ਅਫੈਕਸ਼ਨ, ਇੱਕ ਫਿਜ਼ੀਕਲ ਅਫੈਕਸ਼ਨ ਸਾਨੂੰ ਚਾਹੀਦੀ ਆ। ਸੋ ਜੇ ਤੁਸੀਂ ਆਪਦੇ ਪੇਰੈਂਟਸ ਨਾਲ ਰਹਿੰਦੇ ਜਾਂ ਆਪਦੇ ਬੱਚੇ ਨਾਲ, 20 ਸਕਿੰਟ ਦੀ ਇੱਕ ਜੱਫੀ ਪਾਓ। ਐਂਡ ਉਹ 20 ਸਕਿੰਟ ਦੀ ਹੋਵੇ, ਉਹਦਾ ਮਤਲਬ ਕਿਉਂਕਿ ਆਮ ਜਦੋਂ ਆਪਾਂ ਜੱਫੀ ਪਾਉਣੇ ਨਾ, ਆਪਾਂ ਬਸ ਟੱਚ ਐਂਡ ਗੋ, ਹਾਂ ਜਲਦੀ ਜੇ ਪਾ ਕੇ ਤੇ ਕਰਦੇ, ਕਿਉਂਕਿ ਉਹ ਸਾਡੀ ਪ੍ਰੋਪਰਲੀ ਮਾਨਸਿਕ ਲੋੜ ਨਹੀਂ ਪੂਰੀ ਕਰਦੀ। ਸੋ ਜਦੋਂ ਤੁਸੀਂ ਜੱਫੀ 20 ਸਕਿੰਟ ਵਾਸਤੇ ਪਾਉਣੇ, ਚਾਹੇ ਤੁਹਾਡਾ ਬੱਚਾ ਐਂਡ ਘਰ ਦੇ ਇਮੀਡੀਏਟ ਫੈਮਿਲੀ ਮੈਂਬਰ ਨਾਲ ਹੀ ਆਪਾਂ ਕਰ ਸਕਦੇ ਹਾਂ, ਕਿ 20 ਸਕਿੰਟ ਉਹਦਾ ਛਾਤੀ ਜੋ ਤੁਹਾਡੇ ਨਾਲ ਲੱਗਦੀ ਹੈ, ਤੁਹਾਡੀ ਛਾਤੀ ਉਹਦੇ ਨਾਲ ਲੱਗਦੀ ਆ, ਉਹ ਮਹਿਸੂਸ ਕਰੋ। ਤੁਹਾਡੇ ਅੰਦਰ ਇਹ ਭਾਵ ਨਿਭਾਉਣਗੇ ਕਿ ਮੈਂ ਸੇਫ, ਮੇਰਾ ਕੋਈ ਹੈ, ਮੈਂ ਕਿਸੇ ਦਾ ਹੈਗਾ। ਇਹ ਚੀਜ਼ਾਂ ਨਾਲ ਤੁਹਾਡਾ ਜਿਹੜਾ ਅੰਦਰਲਾ ਨਰਵਸ ਸਿਸਟਮ ਆ, ਤੁਹਾਡੇ ਅੰਦਰ ਇੱਕ ਆਕਸੀਟੋਸਿਨ ਹਾਰਮੋਨ ਆ, ਉਹ ਇਨਕਰੀਜ਼ ਹੁੰਦਾ ਵਾ। ਬਹੁਤ ਪੋਜ਼ਿਟਿਵ ਹਾਰਮੋਨ, ਉਹ ਸਾਈਡ ਵਾਲੀ ਨਹੀਂ, ਲਾਈਕ ਚੈਸਟ ਟੂ ਚੈਸਟ। ਹਾਂਜੀ, ਜਿੱਥੇ ਤੁਹਾਡਾ ਫਿਜ਼ੀਕਲ ਅਫੈਕਸ਼ਨ ਹੋਵੇ। ਸੋ ਆਪਦੇ ਆਪ ਨੂੰ ਤੁਸੀਂ ਪੂਰਾ ਅਗਲੇ ਤੇ ਡਿਪੈਂਡ ਕਰੋ ਤੇ ਅਗਲਾ ਤੁਹਾਡੇ ਤੇ ਕਰੇ। ਸੋ ਪ੍ਰੋਪਰਲੀ ਐਕਚੁਅਲੀ ਕਾਫੀ ਸਾਈਕੋਲੋਜਿਸਟ ਆ ਜਿਨ੍ਹਾਂ ਨੇ ਪ੍ਰੋਪਰਲੀ ਵੀਡੀਓ ਤੇ ਵੀ ਦੱਸਿਆ ਵਾ ਵੀ ਹੱਗ ਕਿਸ ਤਰੀਕੇ ਨਾਲ ਕਰੋ। ਸੋ ਤੁਸੀਂ ਜੇ ਆਨਲਾਈਨ ਜਾ ਕੇ YouTube ਤੇ ਦੇਖ ਵੀ ਸਕਦੇ ਹੋ। ਸੋ ਇਹ ਇੱਕ ਫਿਜ਼ੀਕਲ ਤੁਹਾਨੂੰ ਇੰਟਰੈਕਸ਼ਨ ਦਿੰਦੀ ਆ। ਸੋ ਇਹ ਚੀਜ਼ ਆਪਦੀ ਲਾਈਫ ਦੇ ਵਿੱਚ ਜ਼ਰੂਰ ਇਨਕੋਰਪੋਰੇਟ ਕਰੋ। ਚਾਹੇ ਬੱਚੇ ਵੀ ਆ ਤੇ ਆਪਦੇ ਬੱਚਿਆਂ ਨਾਲ 20 ਸਕਿੰਟ ਹੱਗ ਕਰ ਸਕਦੇ ਹੋ, ਤੁਹਾਨੂੰ ਹੱਗ ਕਰ ਸਕਦੇ ਆ। ਐਂਡ ਤੁਸੀਂ ਮਹਿਸੂਸ ਕਰੋਗੇ ਕਿ ਇਹ ਬਰਨ ਆਊਟ ਤੁਹਾਡੇ ਲਈ ਈਜ਼ੀ ਕਿੰਨਾ ਹੁੰਦਾ ਵਾ, ਕਿਉਂਕਿ ਇਹ ਚੀਜ਼ਾਂ ਤੁਹਾਨੂੰ ਇਨਕੋਰਪੋਰੇਟ ਕਰਨੀਆਂ ਪੈਣੀਆਂ। ਦੂਸਰਾ ਮਿਸਟਰ ਥਿੰਡ, ਹੱਸਣਾ ਜ਼ੋਰ ਦੀ। ਐਂਡ ਆਈ ਥਿੰਕ ਆਪਾਂ ਕਲਚਰ ਚ ਆਪਾਂ ਜਿਹੜਾ ਹੱਸਦੇ ਨਾ, ਉੱਪਰੋਂ ਹੱਸਦੇ ਆ, ਡੰਗਿਆਈ ਚੋਂ ਨਹੀਂ ਹੱਸਦੇ। ਜਿੱਥੋਂ ਸਾਡੀਆਂ, ਜਿਵੇਂ ਆਪਾਂ ਕਈ ਵਾਰ ਪੰਜਾਬੀ ਚ ਵੀ ਕਹਿੰਦੇ, ਜਿਵੇਂ ਸਾਡੀ ਅੰਤੜੀਆਂ ਅੰਦਰੋਂ ਦੁਖਣ ਲੱਗ ਜਾਣ। ਕੋਈ ਟਾਈਮ ਉਹ ਜਿਹਾ ਯਾਦ ਕਰੋ ਜਿੱਥੇ ਤੁਸੀਂ ਇੰਨਾ ਜ਼ਿਆਦਾ ਹੱਸੇ ਸੀ ਆਪਣੇ ਦੋਸਤ ਫਰੈਂਡਸ ਦੇ ਨਾਲ ਜਾਂ ਆਪਣੇ ਬੱਚਿਆਂ ਨਾਲ। ਉਹ ਟਾਈਮ ਦੁਬਾਰਾ ਯਾਦ ਕਰਕੇ ਵੀ ਤੁਸੀਂ ਹੱਸ ਸਕਦੇ ਹੋ। ਸੋ ਅੱਛਾ, ਆਪ ਹਾਸਾ ਆਉਂਦਾ ਨਹੀਂ, ਫਿਰ ਕਾਮੇਡੀਆਂ ਦੇਖਦੇ ਆ। ਉਹ ਕਾਮੇਡੀਆਂ ਵਾਲੇ ਤੇ ਤਾਂ ਹਾਸਾ ਹੀ ਨਹੀਂ ਆਉਂਦਾ, ਉਹ ਤਾਂ ਪਿੱਛੇ ਉਹਨਾਂ ਦੀ ਟੇਪ ਰਿਕਾਰਡਰ ਲਾਈ ਹੁੰਦੀ ਆ ਹਾਸੇ ਦੀ। ਕਾਮੇਡੀਆਂ ਦੇਖਣ ਨਾਲ ਪੱਤਿਆਂ ਤੋਂ ਤਰੇਤ ਤੁਪਕੇ ਚੱਟਣ ਨਾਲ ਥੋੜੀ ਪਿਆਸ ਬੁਝਦੀ ਆ।
ਜੀ ਹਾਂ, ਸੋ ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਹਾਸਾ ਸਾਡਾ ਉਹ ਅੰਦਰੋਂ ਡੂੰਘਾ ਹਾਸਾ ਹੋਵੇ ਜਾਂ ਉੱਪਰਲਾ ਹੋਵੇ, ਕਿਉਂਕਿ ਅਸੀਂ ਉੱਪਰਲੇ ਨੂੰ ਵੀ ਹਾਸਾ ਨਹੀਂ, ਉਹ ਸਾਈਕੋਲੋਜਿਕਲੀ ਉਹ ਹਾਸਾ ਨਹੀਂ ਮੰਨਿਆ ਜਾਂਦਾ, ਉਹ ਤੁਹਾਡੀ ਬਾਡੀ ਦੇ ਵਿੱਚ ਚੰਗੇ ਕੈਮੀਕਲ ਨਹੀਂ ਪ੍ਰੋਡਿਊਸ ਕਰਦਾ। ਸੋ ਇੱਕ ਚੰਗਾ ਅੰਦਰੋਂ ਆਪਦੇ ਬੱਚਿਆਂ ਨਾਲ, ਲਾਈਕ ਹੁਣ ਤਾਂ ਵੈਸੇ ਲਾਫਟਰ ਯੋਗਾ ਵੀ ਆ ਗਿਆ, ਕਾਫੀ ਤਰ੍ਹਾਂ ਦੀਆਂ ਚੀਜ਼ਾਂ ਆ ਗਿਆ, ਪਰ ਆਈ ਥਿੰਕ ਜਦੋਂ ਤੁਸੀਂ ਘਰ ਦੇ ਵਿੱਚ ਇੱਕ ਚੁਟਕਲਾ ਸੁਣਾਉਣੇ ਹੋ ਜਾਂ ਇੱਕ ਦੂਜੇ ਦਾ ਕੋਈ ਮਜ਼ਾਕ ਕਢਾਉਣੇ ਹੋ, ਬੜਾ ਹਾਸਾ ਆ ਜਾਂਦਾ ਵਾ ਚੀਜ਼ਾਂ ਦਾ। ਤੁਸੀਂ ਆਪ ਰਲ ਕੇ ਜਦੋਂ ਤੁਸੀਂ ਬਹਿੰਦੇ ਹੋ, ਕਿਸੇ ਵਿੱਚ ਕੋਈ ਪੁਰਾਣੀ ਟਾਈਮ ਯਾਦ ਕਰ ਲਓ ਜਿਹਦੇ ਨਾਲ ਤੁਹਾਨੂੰ ਇਹ ਚੀਜ਼ ਤੁਹਾਡੇ ਟ੍ਰਿਗਰ ਹੋ ਜਾਵੇ। ਸੋ ਜਦੋਂ ਤੁਸੀਂ ਹੱਸੋਗੇ, ਜਦੋਂ ਤੁਹਾਡੇ ਬਾਡੀ ਉਹ ਚੀਜ਼ ਦੇ ਵਿੱਚ ਇਨਵੋਲਵਡ ਹੋਊਗੀ, ਸੁਭਾਵਿਕ ਦੀ ਗੱਲ ਹੈ ਜਿਹੜਾ ਤੁਹਾਡਾ ਬਰਨ ਆਊਟ ਆ ਉਹ ਥੋੜਾ ਲਾਈਟ ਹੋਊਗਾ। ਬਾਕੀ ਮਿਸਟਰ ਟੈਨ, ਬਹੁਤ ਲੋਕਾਂ ਨੇ, ਬਹੁਤ ਮੇਰੇ ਕਲਾਇੰਟਾਂ ਨੇ ਗਾਰਡਨਿੰਗ ਸਟਾਰਟ ਕੀਤੀ ਹੈ। ਅੱਛਾ ਜੀ। ਹਾਂ, ਗਾਰਡਨਿੰਗ, ਜੀ ਹਾਂ, ਗਾਰਡਨਿੰਗ ਇੱਕ ਬੜੀ ਥੈਰੇਪਿਊਟਿਕ ਚੀਜ਼ ਆ, ਬਿਕਾਜ਼ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਜੇ ਤੁਸੀਂ ਪੇੜ ਪੌਦਿਆਂ ਦੀ ਜਦੋਂ ਤੁਸੀਂ ਉਹਨਾਂ ਨੂੰ ਸੇਵਾ ਕਰਦੇ ਹੋ ਜਾਂ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਹੋ ਗਾਰਡਨਿੰਗ ਤੋਂ ਅੰਦਰੋਂ, ਸੋ ਬਹੁਤ ਲੋਕਾਂ ਨੇ, ਸੋ ਇਹਨੂੰ ਅਸੀਂ ਕ੍ਰੀਏਟਿਵ ਐਕਸਪ੍ਰੈਸ਼ਨ ਕਹਿੰਦੇ, ਇੱਕ ਵੱਖਰਾ ਚੀਜ਼ ਹੋ ਸਕਦੀ ਹਰ ਇਨਸਾਨ ਲਈ। ਕਈ ਲੋਕਾਂ ਲਈ ਗਾਰਡਨਿੰਗ ਆ, ਕਈ ਲੋਕਾਂ ਲਈ ਇਹ ਘਰ ਦੀ ਸਾਫ਼ ਸਫਾਈ ਵੀ ਹੋ ਸਕਦੀ ਆ, ਕਈ ਲੋਕ ਪੇਂਟ ਕਰਦੇ ਆ, ਕਈ ਲੋਕ ਕੁਛ ਲਿਖਦੇ ਆ, ਕੁਛ ਲਿਖਣਾ ਵੀ ਤੁਹਾਡੀ ਕ੍ਰੀਏਟਿਵ ਹੈ। ਸੋ ਬੇਸਿਕਲੀ ਜਿਹੜੀਆਂ ਤੁਹਾਡੀਆਂ ਅੰਦਰ ਦੀ ਮਾਨਸਿਕ ਸਥਿਤੀ ਆ ਉਹਨੂੰ ਤੁਸੀਂ ਬਾਹਰ ਕੱਢਣਾ ਕਿਸੇ ਨਾ ਕਿਸੇ ਤਰੀਕੇ। ਸੋ ਜਦੋਂ ਅਸੀਂ ਅੰਦਰੋਂ ਚੰਗਾ ਨਹੀਂ ਮਹਿਸੂਸ ਕਰਦੇ, ਅਸੀਂ ਬਾਹਰ ਪੇੜ ਪੌਦਿਆਂ ਦੀ ਸੇਵਾ ਕਰਨ ਲੱਗ ਜੇ, ਉਹਨਾਂ ਨੂੰ ਠੀਕ ਕਰਨ ਲੱਗ ਜੇ, ਤੁਹਾਡੇ ਅੰਦਰੋਂ ਚੰਗਾ ਮਹਿਸੂਸ। ਸੋ ਕੋਈ ਵੀ ਕ੍ਰੀਏਟਿਵ ਐਂਡ ਬੱਚਿਆਂ ਨੂੰ ਵੱਧ ਤੋਂ ਵੱਧ ਮੈਂ ਇਨਕਰੇਜ ਕਰੂੰਗੀ ਕਿ ਤੁਸੀਂ ਉਹਨਾਂ ਨੂੰ ਪੇਂਟ, ਕੋਈ ਇਹੋ ਜਿਹੀਆਂ ਜਿਹੜੀਆਂ ਉਹਨਾਂ ਦੇ ਹੈਂਡ, ਉਹਨਾਂ ਦੀ ਬਾਡੀ ਮੂਵ ਹੋਵੇ, ਐਕਸਪ੍ਰੈਸ ਕਰ ਸਕਣ। ਕੋਈ ਸਟਿੱਕਰ ਵਗੈਰਾ, ਕੋਈ ਪੋਸਟਰ ਬਣਾਉਣੇ ਆਪਣੇ ਬੱਚਿਆਂ ਦੇ ਨਾਲ ਰਲ ਕੇ ਕਿ ਤੁਸੀਂ ਕੀ ਮਹਿਸੂਸ ਕਰਦੇ ਆ ਅੱਜ ਤੁਹਾਡਾ ਦਿਨ ਦਾ ਕੀ ਸੀ। ਗੈਟ ਮੈਗਜ਼ੀਨ ਲੈ ਕੇ ਉਹਦੇ ਵਿੱਚੋਂ ਜਿਵੇਂ ਇਮੋਸ਼ਨ ਚੱਕੋ, ਐਂਡ ਇਮੋਸ਼ਨ ਨੂੰ ਫਿਰ ਆਪਾਂ ਪਾਵਾਂਗੇ ਉਹਦੇ ਤੇ, ਪੋਸਟਰ ਤੇ ਬੜਾ ਬੱਚੇ ਵਧੀਆ ਕ੍ਰੀਏਟਿਵ ਚੀਜ਼ਾਂ ਨਾਲ ਆਉਂਦੇ ਆ, ਰਾਈਟ। ਐਂਡ ਘਰ ਦੇ ਵਿੱਚ ਕੋਈ ਥੋੜਾ ਸਕਿੱਟ ਕਰਨ ਲੱਗ ਜਾਓ, ਇੱਕ ਦੂਜੇ ਨਾਲ ਇੱਕ ਦੂਜੇ ਨੂੰ ਮਿਮਿਕ ਕਰੋ ਕਿ ਇੱਕ ਰੀਸ ਲਾਵੋ, ਇੱਕ ਆਪਦਾ ਫਾਦਰ ਕਹਿ ਸਕਦਾ ਆਪਦੇ ਬੱਚਿਆਂ ਨੂੰ, ਜਦੋਂ ਮੈਂ ਘਰੇ ਆਉਣਾ ਤੇ ਮੇਰੀ ਰੀਸ ਲਾਵੋ। ਬੜਾ ਤੁਸੀਂ ਜਿਹੋ ਜਿਹੀ ਐਕਟੀਵਿਟੀਜ਼ ਕਰੋ, ਬੜਾ ਫਨ ਹੁੰਦਾ ਵਾ, ਬਿਕਾਜ਼ ਹਾਸਾ ਹੁੰਦਾ ਵਾ ਜਦੋਂ ਕਰਦਾ। ਐਂਡ ਬਾਕੀ ਜਿਵੇਂ ਤੁਸੀਂ ਜਿਹੜੀ ਆਪਦੇ ਅੰਦਰ ਸੇਫਟੀ ਬਿਲਡ ਕਰਨੀ, ਆਪਦੇ ਪਰਿਵਾਰ ਦੇ ਵਿੱਚ, ਆਪਦੀ ਹੋਣ ਵਾਲੀ ਲਾਈਫ ਸਟਾਈਲ ਦੇ ਵਿੱਚ ਸੇਫਟੀ ਐਸਟੈਬਲਿਸ਼ ਕਰਨੀ, ਵੀ ਕਿਸ ਤਰੀਕੇ ਨਾਲ ਸੇਫਟੀ ਹੈ। ਐਂਡ ਜ਼ਰੂਰ ਮਿਸਟਰ ਦਿਨ ਅਸੀਂ ਆਈਸੋਲੇਸ਼ਨ ਦੇ ਵਿੱਚ ਆ, ਅਸੀਂ ਪੈਂਡੈਮਿਕ ਦੇ ਵਿੱਚ ਆ, ਪਰ ਅੱਜ ਵੀ ਅਸੀਂ ਜਿਹੜੇ ਕਨੈਕਸ਼ਨ ਉਹ ਮੇਨਟੇਨ ਰੱਖ ਸਕਦੇ ਹਾਂ। ਜ਼ਰੂਰ ਸਾਡਾ ਸਰੀਰਕ ਤੌਰ ਤੇ ਜਿਹੜਾ ਕਨੈਕਸ਼ਨ ਆ ਉਹ ਟੁੱਟੇ ਹੋਏ ਆ ਲੋਕਾਂ ਨਾਲੋਂ, ਪਰ ਅੱਜ ਵੀ ਅਸੀਂ ਕਨੈਕਸ਼ਨ ਮਹਿਸੂਸ ਕਰ ਸਕਦੇ ਹਾਂ। ਉਹ ਲੋਕਾਂ ਨਾਲ ਫੋਨ ਤੇ ਗੱਲ ਕਰਕੇ, ਫੇਸ ਟਾਈਮ ਕਰ ਸਕੇ। ਸਾਨੂੰ ਇੱਕ ਅਡੈਪਟੇਬਿਲਿਟੀ ਬਣਾਉਣੀ ਪੈਣੀ ਆ ਮਿਸਟਰ ਦਿਨ। ਇਹਦੀ ਐਗਜ਼ਾਮਪਲ ਜਿਵੇਂ ਮੈਂ ਉਦਾਂ ਹੀ ਕਹਿ ਸਕਦੀ ਹਾਂ, ਫੋਰ ਐਗਜ਼ਾਮਪਲ ਜਦੋਂ ਇੰਟਰਨੈਟ ਆਇਆ ਸੀ, ਉਹ ਕਹਿੰਦੇ ਬਹੁਤ ਸਾਰੇ ਵੀਡੀਓ ਜਿਹੜੇ ਸਟੋਰ ਆ ਉਹ ਆਊਟ ਆਫ ਬਿਜ਼ਨਸ ਚਲੇ ਗਏ ਸੀ, ਕਿਉਂਕਿ ਉਹ ਅਡੈਪਟ ਨਹੀਂ ਕਰ ਸਕੇ। ਅੱਛਾ ਜੀ। ਆਮ ਜਦੋਂ ਇੰਟਰਨੈਟ ਦੀ ਵੇਵ ਆਈ ਹੈ, ਬਹੁਤ ਲੋਕੀ ਬਹੁਤ ਜਿਹੜੇ ਬਿਜ਼ਨਸ ਆਊਟ ਆਫ ਬਿਜ਼ਨਸ ਗਏ ਆ। ਕਈ ਵਾਰ ਤੁਸੀਂ ਆਰਟੀਕਲ ਪਿੱਛੇ ਪੜ੍ਹਦੇ ਹੋ, ਤਾਂ ਸਾਡੇ 'ਚ ਇਹ ਐਬਿਲਿਟੀ ਹੈ ਕਿ ਅਸੀਂ ਆਪਦੇ ਆਪ ਨੂੰ ਅਡੈਪਟ ਬੈਸਟ ਕਿਵੇਂ ਕਰਨਾ, ਬਿਕਾਜ਼ ਹੁਣ ਜਿਹੜੀ ਨਵੀਂ ਚੀਜ਼ ਆ ਉਹੀ ਬਿਜ਼ਨਸ ਚੰਗਾ ਕਰ ਪਾਉਣਗੇ ਜਿਹੜੇ ਆਪਦੇ ਆਪ ਨੂੰ ਅਡੈਪਟ ਕਰਨਗੇ, ਜਿਹੜੇ ਆਪਦੇ ਆਪ ਨੂੰ ਬਦਲਦੀ ਸਥਿਤੀ ਨਾਲ ਬਦਲ ਸਕਣਗੇ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਦੇ ਆਪ ਨੂੰ ਅਪਗ੍ਰੇਡ ਤੇ ਅਡੈਪਟ ਕਰਦੇ ਹਾਂ, ਕਿਸੇ ਹੋਰ ਤਰੀਕੇ ਨਾਲ ਅਸੀਂ ਉਹੀ ਸੋਸ਼ਲ ਕਨੈਕਸ਼ਨ ਲੱਭੀਏ। ਐਂਡ ਆਫ ਕੋਰਸ ਜਿਹੜਾ ਬਰਨ ਆਊਟ ਆ ਉਹ ਲੋਕਾਂ ਨੂੰ, ਜਿਵੇਂ ਜਿਹੜੇ ਲੋਕ ਬਹੁਤ ਬਾਹਰ ਮਿਲਦੇ ਸੀ ਐਂਡ ਉਹਨਾਂ ਦਾ ਕਨੈਕਸ਼ਨ ਸਿਰਫ ਬਾਹਰ ਮਿਲਣ ਤੇ ਸੀ, ਉਹ ਫੋਨ ਨਹੀਂ ਸੀ ਕਦੇ ਕਰਦੇ, ਏਦਾਂ ਗੱਲਬਾਤ ਨਹੀਂ ਸੀ ਕਦੇ ਕਰਦੇਗੇ, ਆਪਦੇ ਘਰ ਦੇ ਵਿੱਚ ਨਹੀਂ ਸੀ ਉਹਨਾਂ ਦੀ ਇੰਨੀ ਇੰਟਰੈਕਸ਼ਨ ਜ਼ਿਆਦਾ, ਐਂਡ ਉਹ ਲੋਕੀ ਜ਼ਿਆਦਾ ਬਰਨ ਆਊਟ ਹੋਇਆ ਬਿਕਾਜ਼ ਉਹਨਾਂ ਦਾ ਇੱਕ ਹੀ ਤਰੀਕਾ ਸੀ ਆਪਦੇ ਮਨ ਨੂੰ ਠੀਕ ਕਰਨ ਦਾ, ਉਹ ਸੀ ਬਾਹਰ ਲੋਕਾਂ ਦੇ ਵਿੱਚ ਜਾ ਕੇ ਬੈਠਣਾ ਤੇ ਕਰਾਊਡ ਦੇ ਵਿੱਚ ਬਹਿਣਾ। ਹੁਣ ਉਹ ਚੀਜ਼ ਬੰਦ ਹੋ ਗਈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਹ ਮਾਨਸਿਕ ਲੋੜ ਕਿਤੋਂ ਹੋਰ ਕਿਵੇਂ ਪੂਰੀ ਕਰੀਏ, ਅਡੈਪਟ ਨਹੀਂ ਕਰ ਸਕੇ। ਲਵਿੰਦਰ ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਤੁਸੀਂ ਤੁਹਾਡਾ ਕੰਟੈਕਟ ਕੋਈ ਕਰਨ ਦਾ ਤਰੀਕਾ, ਇੱਕ ਤਾਂ ਤੁਹਾਡਾ ਫੇਸਬੁੱਕ ਹੈਗਾ ਜੀ? ਹਾਂਜੀ, ਤੁਸੀਂ ਪਲਵਿੰਦਰ ਗਿੱਲ ਪੇਜ ਆ ਸਾਡਾ ਫੇਸਬੁੱਕ ਤੇ, ਐਂਡ ਸਾਡੀ ਵੈਬਸਾਈਟ ਵੀ ਆ, ਤੁਸੀਂ ਉੱਥੇ ਵਿਜ਼ਿਟ ਕਰਕੇ ਸਾਨੂੰ ਮੈਸੇਜ ਛੱਡ ਸਕਦੇ ਹੋ ਐਂਡ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਛ ਸਕਦੇ ਹੋ। ਥੈਂਕ ਯੂ ਮਿਸਟਰ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਇਸ ਦਾ ਮਜ਼ਾਕ ਜ਼ੋਰ ਹੈ ਰੈਡ FM